ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਸ ਕੈ ਪ੍ਰਭ ਦ્વੈ ਰੂਪ ਸੁਹਾਇਓ, ਜਨ ਸ਼੍ਰੀ ਰੰਗ ਅੰਗਤ ਰੰਗ ਉਠਾਇਓ। ਨੀਕੇ ਦਿਵਿਓ ਪ੍ਰਕਾਸ਼ ਵਿਸਾਲਾ, ਜਿਉ ਮਸਾਲ ਤੇ ਜਗੈ ਮਸਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਜਹਰਾ ਜਹੂਰ ਅਤੇ ਹਾਜ਼ਰਾ ਹਜੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਰਾਤੀ ਦੇ ਦੀਵਾਨ 'ਚ ਗੁਰੂ ਹਜ਼ੂਰੀ ਵਿੱਚ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੇ ਕੀਰਤਨੀਆਂ ਨੇ ਗੁਰਬਾਣੀ ਦਾ ਕੀਰਤਨ ਆਪ ਜੀ ਨੂੰ ਬੜੇ ਪਿਆਰ ਨਾਲ ਸੁਣਾਇਆ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਸੜਦੇ ਬਲਦੇ ਸੰਸਾਰ ਵਿੱਚ ਠੰਡ ਵਰਤਾਉਣ ਦੇ ਲਈ ਸਤਿਗੁਰ ਸ਼ਬਦ ਦਿਖਾਲਿਆ ਸੱਚਾ ਸ਼ਬਦ ਵਿੱਚ, ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ। ਗੁਰੂ ਅਮਰਦਾਸ ਜੀ ਦਾ ਇਹ ਪਵਿੱਤਰ ਸ਼ਲੋਕ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ ਤਿੱਤੇ ਲਿਹੁ ਉਭਾਰ। ਸਤਿਗੁਰੂ ਜੀ ਨੇ ਇਸ ਜਗਤ ਜਲੰਦੇ ਵਿੱਚ ਸੁਖ ਸ਼ਾਂਤੀ ਪ੍ਰਾਪਤ ਕਰਨ ਦੇ ਲਈ ਜੋ ਜੁਗਤ ਦਿੱਤੀ ਹੈ, ਉਹ ਹੈ ਗੁਰੂ ਕਾ ਸ਼ਬਦ, ਉਹ ਹੈ ਗੁਰੂ ਕੀ ਪਵਿੱਤਰ ਬਾਣੀ। ਸਾਹਿਬ ਜੀ ਕਹਿੰਦੇ ਨੇ ਕਿ ਨਾਨਕ ਅਵਰ ਨ ਸੁਝੀ ਹਰ ਬਿਨ ਬਖਸ਼ਣਹਾਰ। ਪਰਮਾਤਮਾ ਤੋਂ ਬਿਨਾਂ ਕਿਤੇੋਂ ਸੁੱਖ ਨਹੀਂ ਮਨੁੱਖ ਨੂੰ ਮਿਲ ਸਕਦਾ। ਦਰਅਸਲ ਦੁੱਖਾਂ ਦਾ ਕਾਰਨ ਇਹ ਹੈ ਕਿ ਮਨੁੱਖ ਪਰਮਾਤਮਾ ਨਾਲੋਂ ਟੁੱਟਿਆ ਹੋਏ। ਜਿਉਂ-ਜਿਉਂ ਪਰਮਾਤਮਾ ਦੇ ਨਾਲ ਜੁੜਦਾ ਜਾਏਗਾ, ਭਾਵ ਜਿਉਂ-ਜਿਉਂ ਮਨੁੱਖ ਅੰਦਰ ਰੱਬੀ ਗੁਣ ਆਉਂਦੇ ਜਾਣਗੇ, ਸਤ, ਸੰਤੋਖ, ਦਇਆ, ਧਰਮ, ਇਮਾਨਦਾਰੀ ਆਉਂਦੀ ਜਾਏਗੀ, ਤਿਉਂ ਤੋਂ ਸੁਖੀ ਹੁੰਦਾ ਜਾਏਗਾ। ਦੁੱਖਾਂ ਦਾ ਕਾਰਨ ਸਾਡੇ ਅੰਦਰ ਇਹ ਔਗਣ ਨੇ। ਉਹ ਔਗਣ ਉਦੋਂ ਆਉਂਦੇ ਜਦੋਂ ਅਸੀਂ ਪਰਮਾਤਮਾ ਨਾਲੋਂ ਟੁੱਟਦੇ ਹਾਂ। ਪਰਮਾਤਮਾ ਦੇ ਪਿਆਰ ਜੁੜ ਕੇ ਉਹ ਗੁਣ ਜਦ ਆਉਂਦੇ ਨੇ, ਜੀਵਨ ਸੁਖੀ ਹੋ ਜਾਂਦਾ ਹੈ। ਜਿੱਥੇ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਜੀਵਨ ਇਤਿਹਾਸ ਦੀ ਕਥਾ ਵਿਚਾਰ ਹਰ ਰੋਜ਼ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਰਵਣ ਕਰਦੇ ਹੋ। ਵਾਰਤਾ ਚੱਲ ਰਹੀ ਹੈ ਕਿ ਸਤਿਗੁਰੂ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਗੁਰੂ ਕੀ ਹਜ਼ੂਰੀ 'ਚ ਬੇਅੰਤ ਸੰਗਤਾਂ ਹੁੰਦੀਆਂ ਨੇ। ਭਾਈ ਲਹਿਣਾ ਜੀ ਕਈ ਸਾਲਾਂ ਤੋਂ ਗੁਰੂ ਕੀ ਹਜ਼ੂਰੀ ਸੇਵਾ ਕਮਾ ਰਹੇ ਨੇ। ਸਤਿਗੁਰੂ ਜੀ ਦੇ ਦਰ ਤੇ ਆ ਕੇ ਉਹਨਾਂ ਗੁਰਬਾਣੀ ਨੂੰ ਸੁਣਿਆ, ਪੜ੍ਹਿਆ, ਗੁਰਬਾਣੀ ਨੂੰ ਕਮਾਇਆ, ਗੁਰਬਾਣੀ ਅਨੁਸਾਰ ਜਿਉਇਆ। ਗੁਰਮਤਿ ਸਿਧਾਂਤ ਅਨੁਸਾਰ ਜੋ ਗੁਰਮਤਿ ਦਾ ਮਾਰਗ ਹੈ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਗੁਰੂ ਦੀ ਰਜ਼ਾ 'ਚ ਰਹਿ ਕੇ ਉਹ ਗੁਰੂ ਦਾ ਰੂਪ ਬਣ ਗਏ, ਗੁਰੂ ਵਰਗੇ ਬਣ ਗਏ। ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਪਰਖਿਆ ਉਹਨਾਂ ਨੂੰ। ਆਖਰ ਇੱਕ ਦਿਨ ਗੁਰੂ ਨਾਨਕ ਸਾਹਿਬ ਜੀ ਟੁੱਟ ਗਏ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉਹਨਾਂ ਨੂੰ ਤਖਤ ਤੇ ਬਿਠਾ ਕੇ ਉਹਨਾਂ ਨੂੰ ਮੱਥਾ ਟੇਕਤਾ, ਲੈਣਿਆ ਤੂੰ ਮੇਰਾ ਗੁਰੂ ਹੈ, ਅੱਜ ਤੋਂ ਤੂੰ ਗੁਰੂ ਅੰਗਦ ਬਣ ਗਏ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਉਹ ਰੱਬੀ ਜੋਤ ਭਾਈ ਲਹਿਣਾ ਜੀ ਵਿੱਚ ਟਿਕਾ ਦਿੱਤੀ। ਦੁਨੀਆ ਦੇ ਧਰਮਾਂ ਦੇ ਇਤਿਹਾਸ 'ਚ ਇੱਕ ਬੜੀ ਵਿਲੱਖਣ ਗੱਲ ਹੈ, ਇੱਕ ਬੜੀ ਹੈਰਾਨਕੁਨ ਗੱਲ ਹੈ ਕਿ ਜੋ ਗੁਰੂ ਹੈ ਉਹ ਆਪਣੇ ਚੇਲੇ ਨੂੰ ਆਪਣੀ ਵਰਗਾ ਬਣਾ ਲੇ। ਜਿਹੜਾ ਗੁਰੂ ਹੈ ਉਹ ਆਪਣੇ ਚੇਲੇ ਨੂੰ ਆਪਣਾ ਗੁਰੂ ਬਣਾ ਲੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਬਖਸ਼ਿਸ਼ ਕੀਤੀ ਹੈ, ਵਾਕਿਆ ਹੀ ਚਰਚਾ ਤੇ ਚੱਲਣੀ ਸੀ। ਦੁਨੀਆ ਦੀ ਰੀਤ ਹੈ ਕਿ ਗੁਰੂ ਹਮੇਸ਼ਾ ਗੁਰੂ ਨੂੰ ਚੇਲੇ ਮੱਥਾ ਹੀ ਟੇਕਦੇ ਰਹਿੰਦੇ, ਸਾਰੀ ਜ਼ਿੰਦਗੀ ਟੇਕਦੇ ਰਹਿੰਦੇ ਨੇ। ਗੁਰੂ ਚੇਲਿਆਂ ਨੂੰ ਕਹਿੰਦਾ ਕਿ ਤੁਹਾਨੂੰ ਤੇ ਮੁਕਤੀ ਅਗਲੀ ਜ਼ਿੰਦਗੀ 'ਚ ਮਿਲੇਗੀ, ਤੁਹਾਨੂੰ ਸੁੱਖ ਅਗਲੀ ਜ਼ਿੰਦਗੀ 'ਚ ਮਿਲੇਗਾ, ਤੁਸੀਂ ਤੇ ਮੱਥੇ ਟੇਕਣ ਲਈ ਬਣੇ ਹੋ। ਪਰ ਗੁਰੂ ਨਾਨਕ ਦੇ ਘਰ 'ਚ ਇਹ ਗੱਲ ਨਹੀਂ ਹੈ। ਜੋ ਗੁਰੂ ਕੇ ਬਚਨਾਂ ਨੂੰ ਕਮਾਉਂਦਾ ਹੈ, ਜੋ ਗੁਰੂ ਦੇ ਦੱਸੇ ਮਾਰਗ ਤੇ ਚੱਲਦਾ ਹੈ, ਸਤਿਗੁਰੂ ਜੀ ਕਹਿੰਦੇ ਗੁਰੂ ਨਹੀਂ, ਉਹ ਤੇ ਰੱਬ ਦਾ ਰੂਪ ਬਣ ਜਾਂਦਾ ਹੈ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਕਥਾ ਨਿਰਾਲੀ। ਤੇ ਸਤਿਗੁਰੂ ਜੀ ਨੇ ਇਹ ਬਚਨ ਕਿ ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਉਹ ਪ੍ਰਮਾਤਮਾ ਉਹਨਾਂ ਨੂੰ ਮਿਲ ਜਾਂਦਾ ਹੈ, ਉਹ ਪ੍ਰਮਾਤਮਾ ਦਾ ਰੂਪ ਬਣ ਜਾਂਦੇ। ਭਾਈ ਲਹਿਣਾ ਜੀ ਦੇ ਉੱਪਰ ਜੋ ਰਹਿਮਤਾਂ ਸਤਿਗੁਰੂ ਜੀ ਨੇ ਕਰਕੇ ਉਹਨਾਂ ਨੂੰ ਗੁਰੂ ਅੰਗਦ ਬਣਾ ਦਿੱਤਾ ਹੈ, ਇਹ ਵਾਰਤਾ ਆਪ ਜੀ ਸਰਵਣ ਕਰ ਰਹੇ ਹੋ। ਆਓ ਗੁਰੂ ਕੇ ਜੀਵਨ ਦੀ ਅਗਲੀ ਗਾਥਾ ਸਰਵਣ ਕਰੀਏ ਕਿ ਅੰਗਦ ਜਦ ਭਾਈ ਲਹਿਣਾ ਜੀ ਬਣ ਗਏ, ਗੁਰੂ ਅੰਗਦ ਬਣ ਗਏ, ਉਹਨਾਂ ਨੂੰ ਜੋ ਬਚਨ ਸਤਿਗੁਰੂ ਜੀ ਨੇ ਕਹੇ ਨੇ, ਜਾਂ ਉਦੋਂ ਬਾਅਦ ਦੀ ਜੋ ਗਾਥਾ ਹੈ, ਇਕਾਗਰਚਿਤ ਹੋ ਕੇ ਸਰਵਣ ਕਰੀਏ। ਗੁਰੂ ਪਿਆਰ ਜੁੜਦੇ ਆ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਅਸ ਕੈ ਪ੍ਰਭ ਦੇ ਰੂਪ ਸੁਹਾਇਓ, ਜਨ ਸ਼੍ਰੀ ਗੰਗ ਤਰੰਗ ਉਠਾਇਓ। ਭਾਈ ਸਾਹਿਬ ਜੀ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਨਾ ਕਿ ਅੰਗਦ ਨਾਮ ਆਜ ਤੇ ਹੋਈ, ਨਿਜ ਅੰਗਨ ਤੇ ਕੀਨੋ ਤੋਈ, ਤੈਨੂੰ ਮੈਂ ਆਪਣੇ ਅੰਗਾਂ ਨਾਲ ਲਗਾ ਕੇ ਆਪਣਾ ਰੂਪ ਦੇ ਦਿੱਤਾ, ਤੇਰਾ ਨਾਮ ਅੰਗਦ ਹੈ। ਭਾਈ ਲਹਿਣਾ ਜੀ ਅੰਗਦ ਬਣ ਗਏ। ਔਰ ਇਹ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜੋ ਜੋਤ ਸਰੂਪ ਹੈ, ਜੋ ਗੁਰੂ ਤਬ ਹੈ, ਜੋ ਰੱਬੀ ਪ੍ਰਕਾਸ਼ ਸੀ, ਉਹ ਭਾਈ ਲਹਿਣਾ ਜੀ ਵਿੱਚ ਟਿਕ ਗਿਆ। ਜਿਵੇਂ ਗੰਗਾ ਦੇ ਵਿੱਚੋਂ ਤਰੰਗ ਉੱਠਦੀ ਹੈ ਫਿਰ ਗੰਗਾ ਵਿੱਚ ਸਮਾ ਜਾਂਦੀ ਹੈ, ਇਵੇਂ ਗੁਰੂ ਨਾਨਕ ਸਾਹਿਬ ਜੀ ਚ ਉਹ ਜੋਤ ਭਾਈ ਲਹਿਣਾ ਜੀ ਵਿੱਚ ਸਮਾ ਗਈ, ਜਾਂ ਭਾਈ ਲਹਿਣਾ ਜੀ ਗੁਰੂ ਵਿੱਚ ਸਮਾ ਗਏ। ਨੀਕੇ ਦਿਵਿਓ ਪ੍ਰਕਾਸ਼ ਵਿਸਾਲਾ, ਜਿਉ ਮਸਾਲ ਤੇ ਜਗੇ ਮਸਾਲਾ। ਜਿਵੇਂ ਦੀਵੇ ਤੋਂ ਦੀਵਾ ਜਗਦਾ ਹੈ, ਜਿਵੇਂ ਜੋਤ ਤੋਂ ਜੋਤ ਜਗਦੀ ਹੈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਹੀ ਭਾਈ ਲਹਿਣਾ ਜੀ ਗੁਰੂ ਬਣ ਗਏ, ਉਹਨਾਂ ਚ ਜੋਤ ਜਗ ਗਈ। ਜਗ ਮੈਂ ਉਲਟੀ ਗੰਗ ਵਹਾਈ, ਸਿੱਖ ਕੋ ਕਰ ਗੁਰ ਦੀ ਵਡਿਆਈ। ਇੱਕ ਆਮ ਕਹਾਵਤ ਹੈ ਕਿ ਉਲਟੀ ਗੰਗਾ ਵਹਾਉਣੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜੋ ਕਾਰਜ ਕੀਤਾ, ਭਾਈ ਸੱਤਾ ਤੇ ਬਲਵੰਡੀ ਕਹਿੰਦੇ ਹੋ ਰਿਓ ਗੰਗ ਵਹਾਇਓ ਦੁਨਿਆਈ ਆਖੇ ਕਿ ਕਿਉਂ, ਕਿ ਗੁਰੂ ਸਾਹਿਬ ਜੀ ਨੇ ਤੇ ਗੰਗਾ ਹੋਰ ਹੀ ਬੰਨੇ ਚਲਾਤੀ। ਹੁਣ ਗੰਗਾ ਹਰਿਦੁਆਰ ਰਿਸ਼ੀਕੇਸ਼ ਦੇ ਇਲਾਕੇ 'ਚ ਵਗਦੀ ਉਦਾਂ ਹੀ ਹੈ ਜਿੱਦਾਂ ਦੀ ਸਦੀਆਂ ਤੋਂ ਚੱਲ ਰਹੀ ਹੈ, ਕਈ ਹਜ਼ਾਰ ਸਾਲਾਂ ਤੋਂ ਚੱਲਦੀ, ਉਦਾਂ ਦੀ ਉਦਾਂ ਹੀ ਹੈ, ਉਹ ਤੇ ਕੋਈ ਉਲਟੀ ਨਹੀਂ ਹੋਈ। ਗੰਗਾ ਦਾ ਅਰਥ ਕੀ ਹੈ? ਗੰਗਾ ਦਾ ਅਰਥ ਹੁੰਦਾ ਹੈ ਵਿਚਾਰਧਾਰਾ, ਗੰਗਾ ਦਾ ਅਰਥ ਹੁੰਦਾ ਹੈ ਸੰਸਕ੍ਰਿਤੀ, ਗੰਗਾ ਦਾ ਅਰਥ ਹੁੰਦਾ ਹੈ ਜੋ ਪ੍ਰਚਲਿਤ ਰੀਤ ਰਿਵਾਜ ਹੁੰਦੇ ਨੇ ਉਹਨਾਂ ਤੋਂ ਉਲਟ ਗੱਲ ਕਰ ਦੇਣੀ। ਗੁਰੂ ਨਾਨਕ ਸਾਹਿਬ ਜੀ ਦੀ ਜ਼ਿੰਦਗੀ ਪੜ੍ਹ ਕੇ ਦੇਖੋ, ਇਹ ਕੇਵਲ ਆਖਰੀ ਘਟਨਾ ਹੈ ਸਤਿਗੁਰੂ ਜੀ ਦੀ ਜ਼ਿੰਦਗੀ ਦੀ। ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇ ਦਿੱਤੀ, ਇਹ ਆਖਰੀ ਘਟਨਾ ਹੈ। ਪਰ ਗੁਰੂ ਨਾਨਕ ਸਾਹਿਬ ਜੀ ਦੀ ਜ਼ਿੰਦਗੀ ਦੇ ਆਦ ਸਮੇਂ ਤੋਂ ਤੁਸੀਂ ਦੇਖੋ, ਸਤਿਗੁਰੂ ਜੀ ਨੇ ਹਰ ਥਾਂ ਤੇ ਉਲਟੀ ਗੰਗਾ ਹੀ ਚਲਾਈ ਹੈ। ਦੁਨੀਆ ਤੋਂ ਇੱਕ ਵਿਲੱਖਣ ਤੇ ਨਿਰਾਲਾ ਕੰਮ ਕੀਤਾ ਹੈ। ਦੇਖੋ ਦੁਨੀਆ ਸਮਾਜ ਵਿੱਚ ਵਰਣ ਦੇ ਅਧੀਨ ਜਿਉਂਦੀ ਸੀ। ਜਿਨ੍ਹਾਂ ਲੋਕਾਂ ਨੂੰ ਨੀਵੇਂ ਕਹਿ ਕੇ ਸ਼ੂਦਰ ਕਿਹਾ ਜਾਂਦਾ ਸੀ, ਉਹਨਾਂ ਨੂੰ ਤਿਰਸਕਾਰਦੀ ਸੀ। ਬਾਬਾ ਨਾਨਕ ਜੀ ਨੇ ਉਲਟਾ ਕੰਮ ਕੀਤਾ, ਉਹਨਾਂ ਨੂੰ ਆਪਣੇ ਭਾਈ ਕਿਹਾ, ਭਾਈ ਮਰਦਾਨਾ, ਭਾਈ ਲਾਲੋ। ਇਹ ਵੀ ਤੇ ਉਲਟੀ ਗੰਗਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਿੱਥੇ ਧਰਮ ਦੇ ਧਾਰਮਿਕ ਲੋਕ ਕਹਿੰਦੇ ਕਿ ਤੁਹਾਨੂੰ ਮੁਕਤੀ ਮਰਨ ਤੋਂ ਬਾਅਦ ਮਿਲੇਗੀ, ਸਵਰਗ ਮਿਲੇਗਾ, ਨਰਕਾਂ 'ਚ ਜਾਓਗੇ, ਗੁਰੂ ਨਾਨਕ ਸਾਹਿਬ ਜੀ ਨੇ ਉਲਟੀ ਗੰਗਾ ਕਰ ਦਿੱਤੀ ਕਿ ਜਿਉਂਦੇ ਹੀ ਮੁਕਤ ਹੋਣਾ ਆਪਾਂ, ਮਰਨ ਤੋਂ ਬਾਅਦ ਮੁਕਤੀ ਦੀ ਸਾਨੂੰ ਲੋੜ ਹੀ ਨਹੀਂ, ਜੀਵਨ ਮੁਕਤ, ਜਿਉਂਦੇ ਜੀ ਮੁਕਤੀ। ਇਹ ਵੀ ਤੇ ਉਲਟੀ ਗੰਗਾ ਹੀ ਹੈ। ਜਿੱਥੇ ਹੋਰਨਾਂ ਮੱਤਾਂ ਦੇ ਵਿੱਚ ਇਹ ਕਿਹਾ ਤੀਰਥਾਂ ਤੇ ਇਸ਼ਨਾਨ ਕਰੋ, ਇੰਨੇ ਤੀਰਥਾਂ ਤੇ ਇਸ਼ਨਾਨ ਕਰੋ, ਮੁਕਤੀ ਮਿਲੇਗੀ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਉਲਟੀ ਰੀਤ ਇਹ ਹੈ ਕਿ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ ਸਾਡੇ ਲਈ, ਨਾਮ ਹੀ ਤੀਰਥ ਹੈ। ਗੰਗਾ ਜਲ ਗੁਰੂ ਗੋਬਿੰਦ ਨਾਮ, ਸਾਡੇ ਲਈ ਪ੍ਰਮਾਤਮਾ ਦਾ ਨਾਮ ਹੀ ਗੰਗਾ ਦਾ ਪਾਣੀ, ਸਾਨੂੰ ਹੋਰ ਕਿਸੇ ਗੰਗਾ ਤੇ ਜਾਣ ਦੀ ਲੋੜ ਨਹੀਂ ਹੈ। ਇਹ ਹੈ ਉਲਟੀ ਗੰਗਾ। ਇੱਥੇ ਬਸ ਨਹੀਂ ਹੈ, ਦੁਨੀਆ ਵਰਣ ਦੀ ਗੱਲ ਕਰਦੀ ਹੈ, ਊਚ ਨੀਚ ਦੀ ਗੱਲ ਕਰਦੀ ਹੈ। ਬਾਬਾ ਨਾਨਕ ਜੀ ਨੇ ਸੰਗਤ ਚਲਾਤੀ, ਪੰਗਤ ਚਲਾਤੀ, ਜਿੱਥੇ ਖੱਤਰੀ ਬ੍ਰਾਹਮਣ ਸ਼ੂਦਰ ਵੈਸ ਉਪਦੇਸ਼ ਚੌਂ ਵਰਣਾ ਕੋ ਸਾਂਝਾ, ਸਾਰਿਆਂ ਨੂੰ ਇਕੱਠਿਆਂ ਬਿਠਾ ਦਿੱਤਾ। ਇੱਥੇ ਹੀ ਬਸ ਨਹੀਂ ਹੈ, ਹੋਰਨਾਂ ਮੱਤਾਂ ਦੇ ਅੰਦਰ ਤੁਸੀਂ ਦੇਖੋਗੇ ਗੁਰੂ ਨਾਨਕ ਸਾਹਿਬ ਜੀ ਦੀ ਹਰ ਗੱਲ ਹੀ ਵਿਲੱਖਣ ਹੈ, ਉਹਨਾਂ ਤੋਂ ਵੱਖਰੀ ਹੈ। ਇਵੇਂ ਕਹਿ ਲਓ ਕਿ ਗੁਰੂ ਨਾਨਕ ਸਾਹਿਬ ਜੀ ਦੀ ਹਰ ਜ਼ਿੰਦਗੀ ਦੀ ਗੱਲ ਜਿਹੜੀ ਉਲਟੀ ਗੰਗਾ ਹੈ। ਦੁਨੀਆ ਕਹਿੰਦੀ ਹੈ ਮੌਤ ਬੜੀ ਡਰਾਉਣੀ ਹੈ, ਧਾਰਮਿਕ ਲੋਕਾਂ ਨੇ ਮੌਤ ਦੇ ਨਾਂ ਤੇ ਡਰਾਇਆ ਹੈ, ਔਰ ਬਹੁਤੀ ਦੁਨੀਆ ਜਿਹੜੀ ਹੈ ਨਾ ਬਹੁਤਾਂਤ ਮੌਤ ਤੋਂ ਡਰਦੀ ਮੱਥੇ ਟੇਕੀ ਚਲੀ ਜਾਂਦੀ ਹੈ। ਉਹਦਾ ਕੋ ਰੱਬ ਨੂੰ ਯਾਦ ਨਾ ਕਰੇ, ਮੌਤ ਤੋਂ ਡਰਦੇ। ਮੌਤ ਬੜੀ ਡਰਾਉਣੀ ਜੀ ਬਣਾ ਦਿੱਤੀ। ਬਾਬਾ ਨਾਨਕ ਜੀ ਨੇ ਉਲਟੀ ਗੱਲ ਕਹੀ ਕਿ ਜਿਹੜੀ ਮੌਤ ਕਦੀ ਆਉਣੀ ਨਾ 40-50 ਸਾਲ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ, ਪਹਿਲਾਂ ਹੀ ਮਰਨਾ ਪ੍ਰਵਾਨ ਕਰ ਲਓ। ਸਤਿਗੁਰੂ ਜੀ ਨੇ ਕਿਹਾ ਕਿ ਤੁਸੀਂ ਮਰੋਗੇ ਤੇ ਤੁਹਾਨੂੰ ਇੱਕ ਨਵੀਂ ਜ਼ਿੰਦਗੀ ਮਿਲ ਜਾਏਗੀ। ਉਹ ਮੌਤ ਦਾ ਡਰ ਹੀ ਖਤਮ ਕਰ ਦਿੱਤਾ। ਇਹ ਇੱਕ ਵਿਲੱਖਣ ਗੱਲ ਸੀ ਗੁਰੂ ਨਾਨਕ ਦੇ ਘਰ ਦੀ। ਇਸ ਕਰਕੇ ਦੁਨੀਆ ਕਹਿਣ ਲੱਗੀ ਕਿ ਦੇਖੋ ਚੇਲੇ ਗੁਰੂ ਨੂੰ ਤੇ ਮੱਥੇ ਟੇਕਦੇ ਨੇ, ਅੱਜ ਗੁਰੂ ਨੇ ਆਪਣੇ ਚੇਲੇ ਨੂੰ ਮੱਥਾ ਟੇਕ ਦਿੱਤਾ ਹੈ, ਤੇ ਉਲਟੀ ਗੰਗ ਹੈ। ਇੱਕ ਵੱਖਰੀ ਗੱਲ ਹੈ, ਉਲਟੀ ਗੰਗ ਵਹਾਤੀ, ਲੋਕਾਂ ਨੇ ਇਹ ਗੱਲ ਕਰ ਦਿੱਤੀ ਹੈ। ਇਸ ਪ੍ਰਕਾਰ ਤੇ ਤਖਤ ਬਿਠਾਇਓ, ਬੋਰੋ ਸੋ ਸਭ ਬਚਨ ਅਲਾਇਓ। ਭਾਵੇਂ ਰਾਜਨੀਤਿਕ ਤਖਤਾਂ ਦੀ ਗੱਲ ਹੈ ਤੇ ਭਾਵੇਂ ਧਾਰਮਿਕ ਪਦਵੀਆਂ ਦੀ ਗੱਲ ਹੈ, ਤੁਸੀਂ ਸਾਰੇ ਪਾਸੇ ਪੜ੍ਹ ਕੇ ਦੇਖ ਲਓ।
ਜੇ ਕੋਈ ਬੈਠਾ ਹੈ ਧਾਰਮਿਕ ਅਹੁਦੇ ਤੇ, ਉਹ ਕਹਿੰਦਾ ਕਿ ਮੇਰਾ ਬੱਚਾ ਹੀ ਅੱਗੇ ਹੋਣਾ ਚਾਹੀਦਾ ਹੈ। ਰਾਜਨੀਤਿਕ ਬੰਦਾ ਵੀ ਸੋਚਦਾ ਭਾਵੇਂ ਅੱਤ ਨਿਕੰਮਾ ਹੀ ਉਹਦਾ ਬੱਚਾ ਹੋਏ, ਉਹ ਚੰਗੇ ਚੰਗੇ ਲਾਇਕ ਲੋਕਾਂ ਨੂੰ ਖੁੱਡੇ ਲਾ ਕੇ ਆਪਣੇ ਨਿਕੰਮੇ ਬੱਚੇ ਨੂੰ ਅੱਗੇ ਲਿਆਉਣਾ ਚਾਹੁੰਦਾ ਹੈ। ਇਹ ਰੀਤ ਹੈ ਦੁਨੀਆ ਦੀ। ਇੱਕ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉਲਟੀ ਗੱਲ ਕੀਤੀ, ਸੇਵਕ ਨੂੰ ਸਤਿਗੁਰੂ ਜੀ ਨੇ ਮਾਣ ਦੇ ਦਿੱਤਾ, ਪੁੱਤਰਾਂ ਨੂੰ ਸਤਿਗੁਰੂ ਜੀ ਨੇ ਪ੍ਰਵਾਨ ਨਹੀਂ ਕੀਤਾ, ਸੇਵਕ ਨੂੰ ਮਾਣ ਦਿੱਤਾ। ਔਰ ਦੁਨੀਆ ਕਹਿਣ ਲੱਗੀ ਕਿ ਇਹ ਕਾਰਜ ਕੀ ਹੋ ਗਿਆ। ਇਹ ਕਹਿ ਕੇ ਤਖਤ ਤੇ ਬਿਠਾਤਾ ਭਾਈ ਲਹਿਣਾ ਜੀ ਨੂੰ, ਤੇ ਇਸ ਤਰ੍ਹਾਂ ਬਚਨ ਕੇ ਸਤਿਗੁਰੂ ਜੀ ਨੇ ਜੇ ਕੋ ਹੈ ਮੇਰੋ ਅਨਸਾਰੀ, ਨਮੋ ਕਰੇ ਬਦ ਬਰ ਸਿਰ ਧਾਰੀ। ਜਿਹੜੀ ਸੰਗਤ ਉੱਥੇ ਬੈਠੀ ਸੀ ਉਹਨੂੰ ਸੰਬੋਧਨ ਕਰਕੇ ਕਿਹਾ ਕਿ ਜਿਹੜਾ ਮੇਰਾ ਸਿੱਖ ਹੈ, ਜਿਹੜਾ ਮੇਰੇ ਬਚਨ ਮੰਨਦਾ ਹੈ ਨਾ, ਉਹ ਭਾਈ ਲਹਿਣਾ ਜੀ ਨੂੰ ਆ ਕੇ ਮੱਥਾ ਟੇਕ ਦਿਓ। ਮਮ ਸਰੂਪ ਕੋ ਜੈਸਾ ਜਾਣੈ, ਤਿਸੀ ਪ੍ਰਕਾਰੀ ਸੀ ਮਨ ਮਾਨੈ। ਇਹ ਗੁਰੂ ਅੰਗਦ ਦੇਵ ਜੀ ਨੇ, ਹੁਣ ਇਹ ਗੁਰੂ ਨੇ, ਇਹ ਮੇਰਾ ਰੂਪ ਨੇ। ਜਿਹੜਾ ਇਹਨਾਂ ਨੂੰ ਮੇਰਾ ਰੂਪ ਜਾਣਦਾ ਹੈ ਉਹ ਇਹਨਾਂ ਦਾ ਹੁਕਮ ਮੰਨੇ, ਇਹਨਾਂ ਨੂੰ ਆ ਕੇ ਮੱਥਾ ਟੇਕੇ, ਇਹਨਾਂ ਨੂੰ ਆ ਕੇ ਸੀਸ ਨਵਾ ਦੇਵੇ। ਸੁਨ ਰਜਾਏ ਸਤਿਗੁਰ ਕੀ ਤਬ ਹੀ, ਬੁੱਢੇ ਤੇ ਆਦਿਕ ਸਿੱਖ ਸਭ ਹੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਦੂਸਰਿਆਂ ਨੂੰ ਕਹਿਣ ਤੋਂ ਪਹਿਲਾਂ ਗੁਰੂ ਅੰਗਦ ਜੀ ਨੂੰ ਮੱਥਾ ਪਹਿਲਾਂ ਆਪ ਟੇਕੇ। ਸਤਿਗੁਰੂ ਜੀ ਨੇ ਪਹਿਲਾਂ ਸਿੱਖਾਂ ਨੂੰ ਨਹੀਂ ਕਿਹਾ, ਪਹਿਲਾਂ ਸਤਿਗੁਰੂ ਜੀ ਨੇ ਆਪ ਮੱਥਾ ਟੇਕਿਆ ਗੁਰੂ ਅੰਗਦ ਦੇਵ ਜੀ ਨੂੰ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪੰਥ ਖਾਲਸੇ ਦੀ ਸਿਰਜਣਾ ਕੀਤੀ, ਤੇ ਪੰਥ ਖਾਲਸੇ ਦੇ ਸਭ ਤੋਂ ਪਹਿਲਾਂ ਸੇਵਾਦਾਰ ਕੌਣ ਨੇ, ਪੈਰੋਕਾਰ ਕੌਣ ਨੇ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਪੰਜਾਂ ਪਿਆਰਿਆਂ ਨੂੰ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਕਹਾ ਮੈਨੂੰ ਵੀ ਇਹ ਦਾਤ ਦਿਓ ਤੁਸੀਂ। ਸਭ ਤੋਂ ਪਹਿਲੇ ਸੇਵਕ ਜਿਹੜੇ ਨੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਪੰਥ ਖਾਲਸੇ ਦੇ। ਤੇ ਫਿਰ ਹੋਰਨਾਂ ਨੂੰ ਵੀ ਕਿਹਾ ਕਿ ਆਓ ਬਈ ਤੁਸੀਂ ਵੀ ਖੰਡੇ ਕੀ ਪੌਲ ਪ੍ਰਾਪਤ ਕਰੋ। ਹੁਣ ਕੋ ਬਹਾਨੇ ਮਾਰੇ ਕਿ ਅਸੀਂ ਤਾਂ ਦਿਲ ਪਵਿੱਤਰ ਹੋਣਾ ਚਾਹੀਦਾ ਜੀ, ਅਸੀਂ ਬਾਣੀ ਬੜੀ ਪੜ੍ਹਦੇ, ਅਸੀਂ ਜੀ ਸੇਵਾ ਬੜੀ ਕਰਦੇ ਆ, ਉਹ ਬਹਾਨੇ ਨੇ। ਗੁਰੂ ਗੋਬਿੰਦ ਸਿੰਘ ਜੀ ਤੋਂ ਪਵਿੱਤਰ ਤੇ ਕੋਈ ਨਹੀਂ ਹੋ ਸਕਦਾ। ਇਸ ਕਰਕੇ ਇੱਥੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਮੱਥਾ ਆਪ ਟੇਕਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ। ਫਿਰ ਸਿੱਖਾਂ ਨੂੰ ਸੰਬੋਧਨ ਕਰਕੇ ਕਿਹਾ, ਗੁਰੂ ਕੇ ਬਚਨ ਸੁਣੇ। ਬਾਬਾ ਬੁੱਢਾ ਸਾਹਿਬ ਜੀ ਉੱਠੇ ਨੇ, ਉਹਨਾਂ ਨੇ ਸਤਿਗੁਰੂ ਜੀ ਦਾ ਜਿਸ ਵੇਲੇ ਇਹ ਰੁੱਖ ਦੇਖਿਆ ਹੈ, ਰੁੱਖ ਬਿਲੋਕ ਕੈ ਦੋਖ ਨਿਕੰਦਨ, ਉਠ ਤਤਕਾਲ ਕੀਨ ਸਭ ਬੰਧਨ। ਬੁੱਢਾ ਸਾਹਿਬ ਜੀ ਨੇ ਸਤਿਗੁਰੂ ਜੀ ਦਾ ਇਸ਼ਾਰਾ ਸਮਝਿਆ ਤੇ ਸੁੱਖਾਂ ਦੇ ਦਾਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਜਾ ਕੇ ਮਸਤਕ ਝੁਕਾ ਦਿੱਤਾ ਹੈ। ਰੁੱਖ ਬਿਲੋਕ ਕੇ ਦੋਖ ਨਿਕੰਦਨ, ਉਠ ਤਤਕਾਲ ਕੀਨ ਸਭ ਬੰਧਨ। ਗੁਰੂ ਨਾਨਕ ਸਾਹਿਬ ਜੀ ਦਾ ਇਸ਼ਾਰਾ ਦੇਖ ਕੇ ਸਾਰਿਆਂ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਨਮਸਕਾਰ ਕੀਤੀ ਹੈ। ਜੁਗਲ ਆਤਮਜ ਉਠੇ ਨ ਕੋਈ, ਬੈਠੇ ਰਹੇ ਮਾਨ ਭਰ ਸੋਈ। ਜੁਗਲ ਦਾ ਅਰਥ ਹੁੰਦਾ ਦੋ, ਆਤਮਜ ਦਾ ਅਰਥ ਹੁੰਦਾ ਪੁੱਤਰ। ਜਿਹੜੇ ਸਤਿਗੁਰੂ ਜੀ ਦੇ ਦੋਵੇਂ ਪੁੱਤਰ ਸਨ ਉਹ ਨਾ ਉੱਠੇ, ਉਹ ਹੰਕਾਰ 'ਚ ਬੈਠੇ ਰਹੇ। ਗੁਰਬਾਣੀ ਦੇ ਵਿੱਚ ਸਦਾ ਇਹ ਗੱਲ ਗੂੰਜਦੀ ਰਹੇਗੀ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋਂ ਕੰਨ ਮੁਰਟੀ। ਅੱਜ ਕੋ 100 ਕਹੀ ਜੇ ਅਸੀਂ ਬੇਦੀਆਂ ਚੋਂ, ਅਸੀਂ ਸੋਢੀਆਂ ਚੋਂ ਕਹੀ ਜਾਣ। ਗੁਰੂ ਦੇ ਦਰ ਤੇ ਬੇਦੀ ਸੋਢੀ ਨਹੀਂ, ਗੁਰੂ ਦੇ ਦਰ ਤੇ ਉਹ ਪ੍ਰਵਾਨ ਹੈ ਜਿਹੜਾ ਗੁਰੂ ਕੇ ਹੁਕਮ ਵਿੱਚ ਚੱਲਦਾ ਹੈ, ਉਹ ਸਤਿਕਾਰਯੋਗ ਹੈ। ਖਾਮ ਖਾਏ ਕੋ ਗੱਦੀਆਂ ਲਾ ਕੇ ਗਏ ਜੀ ਅਸੀਂ ਸੋਢੀਆਂ ਚੋਂ ਫਲਾਣੀ ਕੋਲ ਕਹੀ ਜਾਏ, ਉਹਨੂੰ ਕਹਿਣ ਦੀ ਉਹਦੀ ਮਰਜ਼ੀ ਹੈ, ਪਰ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ। ਗੁਰੂ ਸਾਹਿਬ ਜੀ ਨੇ ਕਹਿੰਦਾ ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰਟੀਏ। ਪੁੱਤਰਾਂ ਨੇ ਗੁਰੂ ਕੇ ਬਚਨ ਨਹੀਂ ਮੰਨੇ ਔਰ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਮੋਢਾ ਦੇ ਕੇ ਇੱਧਰ ਨੂੰ ਚਲੇ ਗਏ। ਕੰਨ ਵੇਣਾ ਮੋਢਾ ਕੰਧਾ ਜਿਹਨੂੰ ਆਪਾਂ ਕਹਿੰਦੇ ਆ। ਉਸ ਵੇਲੇ ਉਹਨੇ ਉੱਠੇ ਨਹੀਂ ਤੇ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇਸ ਤਰ੍ਹਾਂ ਕਿਹਾ ਹੈ, ਸ਼੍ਰੀ ਗੁਰ ਦਿਨ ਕੋ ਗਿਰਾਇਆ ਲਾਈ, ਤੁਮ ਵੀ ਉਠ ਬੰਦੋ ਸਿਰ ਨਿਆਈ। ਆਪਣੇ ਪੁੱਤਰਾਂ ਨੂੰ ਸਤਿਗੁਰੂ ਜੀ ਨੇ ਕਿਹਾ ਭਈ ਤੁਸੀਂ ਵੀ ਉੱਠੋ, ਗੁਰੂ ਅੰਗਦ ਦੇਵ ਜੀ ਨੂੰ ਤੁਸੀਂ ਨਮਸਕਾਰ ਕਰੋ। ਕਹਿਤ ਬਏ ਦਾਸ ਤਿਹਾਰਾ, ਹਮ ਸੁਧ ਊਰਦ ਪਦ ਅਧਿਕਾਰਾ। ਕਹਿਣ ਲੱਗੇ ਤੁਹਾਡਾ ਸੇਵਾਦਾਰ ਹੈ, ਅਸੀਂ ਤੁਹਾਡੇ ਪੁੱਤਰ ਹਾਂ, ਸਾਡਾ ਤੇ ਰੁਤਬਾ ਉੱਚਾ ਹੈ ਨਾ। ਗੁਰੂ ਦੇ ਘਰ 'ਚ ਕੋਈ ਰਿਸ਼ਤੇਦਾਰ ਕਰਕੇ ਰੁਤਬਾ ਨਹੀਂ ਉੱਚਾ ਬਣਾ ਸਕਦਾ। ਸਤਿਗੁਰੂ ਜੀ ਦੇ ਦਰ ਤੇ ਤਾਂ ਉਹਦੀ ਉੱਚੀ ਵਡਿਆਈ ਹੈ ਜਿਹੜਾ ਗੁਰੂ ਕੇ ਬਚਨ ਮੰਨਦਾ ਹੈ, ਉਹ ਭਾਵੇਂ ਕੋਈ ਵੀ ਹੋਏ। ਦੇਖੋ ਜੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਜੀ ਦੇ ਬਚਨ ਮੰਨੇ ਤੇ ਉਹ ਉੱਚੇ ਹੋ ਗਏ। ਜਿਨਨੇ ਗੁਰੂ ਕੇ ਬਚਨ ਮੰਨੇ ਉਹ ਮਹਾਨ ਬਣ ਗਿਆ। ਇਸ ਕਰਕੇ ਕਹਿਣ ਲੱਗੇ ਜੀ ਇਹ ਤਾਂ ਸੇਵਾਦਾਰ ਹੈ, ਸਾਡਾ ਅਧਿਕਾਰ ਉੱਚਾ ਹੈ ਇਹਦੇ ਨਾਲੋਂ। ਕੈਸੇ ਬਨੇ ਬੰਦਨਾ ਕਰਨੀ, ਹਮ ਤੇ ਕਰੀ ਨਾ ਜਾਈ ਅਕਰਨੀ। ਅਸੀਂ ਕਿਵੇਂ ਬੰਦਨਾ ਕਰ ਦੇਵਾਂਗੇ ਇਹਨਾਂ ਨੂੰ? ਸਾਡੇ ਪਾਸੋਂ ਇਹ ਕੰਮ ਜਿਹੜਾ ਨਾ ਕਰਨ ਯੋਗ ਹੋਣਾ ਨਹੀਂ ਹੈ। ਇਹ ਕਹਿ ਆਪਣੇ ਸਦਨ ਸਿਧਾਰੇ, ਪਿਤ ਕਰਤਬ ਕਛ ਹਿਰਦੇ ਨ ਧਾਰੇ। ਇਹ ਕਹਿ ਕੇ ਗੁਰੂ ਕੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਲਖਮੀ ਦਾਸ ਜੀ ਘਰ ਨੂੰ ਚਲੇ ਗਏ।
ਉਹਨਾਂ ਗੁਰੂ ਸਾਹਿਬ ਜੀ ਦੇ ਸਚੋਜ ਨੂੰ ਸਮਝਿਆ ਨਾ, ਵਿਚਾਰਿਆ ਨਾ। ਮਹਿਮਾ ਲਗ ਕੇ ਕਹਿਓ ਨਾ ਮਾਨਿਓ, ਤੇ ਸ਼ਨ ਸ੍ਰੀ ਗੁਰ ਕਛ ਨਾ ਬਖਾਨਿਓ। ਸਤਿਗੁਰੂ ਜੀ ਦੀ ਮਹਿਮਾ ਨਾ ਜਾਣੀ ਉਹਨਾਂ ਨੇ। ਜਦੋਂ ਇਹਨਾਂ ਨੇ ਗੁਰੂ ਕਾ ਬਚਨ ਨਾ ਮੰਨਿਆ ਤੇ ਸਤਿਗੁਰੂ ਜੀ ਨੇ ਇਹਨਾਂ ਨੂੰ ਕੁਝ ਨਹੀਂ ਕਿਹਾ, ਚੁੱਪ ਕਰ ਗਏ ਸਤਿਗੁਰੂ ਜੀ। ਬੈਠ ਗਏ ਅੰਗਦ ਸੰਗ ਬਚਨਾ, ਪਰ ਉਪਕਾਰ ਜਨੇ ਮਨ ਰਚਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠ ਗਏ ਗੁਰੂ ਅੰਗਦ ਦੇਵ ਜੀ ਦੇ ਕੋਲ ਤੇ ਉਹਨਾਂ ਦੇ ਨਾਲ ਬਚਨ ਕਰਨ ਲੱਗ ਪਏ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਮਨ ਅੰਦਰ ਪਰਉਪਕਾਰ ਹੈ, ਦੂਜਿਆਂ ਤੇ ਵੀ ਪਰਉਪਕਾਰ ਕਰਨਾ ਚਾਹੁੰਦੇ ਹਨ। ਅਬ ਤੁਮ ਜਗਤ ਉਦਾਹਰਨ ਕਾਰਨ, ਮੂਲ ਮੰਤਰ ਸ਼ੁਭ ਕਰੋ ਸੁਧਾਰਨ। ਗੁਰੂ ਅੰਗਦ ਦੇਵ ਜੀ ਨੂੰ ਸੰਬੋਧਨ ਕਰਕੇ ਕਹਿੰਦੇ, ਪੁਰਖਾ ਹੁਣ ਜਗਤ ਦੇ ਉਧਾਰ ਦੇ ਲਈ, ਦੁਨੀਆ ਦੇ ਉਧਾਰ ਦੇ ਲਈ, ਕਿਉਂਕਿ ਗੁਰਮਤਿ ਦਾ ਪੰਥ ਹੈ ਹੀ ਮਨੁੱਖਤਾ ਦੇ ਉਧਾਰ ਦੇ ਲਈ ਹੈ। ਜਗਤ ਸੰਸਾਰ ਦੇ ਲੋਕ ਜਿਹੜੇ ਸੜ ਬਲ ਰਹੇ ਨੇ, ਉਹਨਾਂ ਦੇ ਮਨਾਂ ਸ਼ਾਂਤੀ ਪਸਰੇ, ਸੁਖ ਵਰਤੇ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਤੁਸੀਂ ਹੁਣ ਮੂਲ ਮੰਤਰ ਦਾ ਅਰਥ ਹੈ ਕਿ ਬਾਣੀ ਉਚਾਰਨ ਕਰੋ ਤੁਸੀਂ। ਮਮ ਬਾਣੀ ਗੁਣ ਖਾਨੀ ਦੇਖਾ, ਲੀਜੈ ਬੀਨੈ ਬੀਨ ਵਿਸ਼ੇਖਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਹੁਤ ਸਾਰੀ ਬਾਣੀ ਉਚਾਰਨ ਕੀਤੀ ਸੀ, ਵੱਖ-ਵੱਖ ਥਾਵਾਂ ਤੇ ਬੇਅੰਤ ਸ਼ਬਦ ਉਚਾਰਨ ਕੀਤੇ ਸਨ। ਸਤਿਗੁਰੂ ਜੀ ਦੇ ਕੋਲ ਬਾਣੀ ਦੀਆਂ ਪੋਥੀਆਂ ਸਨ। ਜਦੋਂ ਵੀ ਸਤਿਗੁਰੂ ਜੀ ਗੁਰਗੱਦੀ ਦਿੰਦੇ ਸਨ, ਗੁਰਗੱਦੀ ਦਾ ਅਰਥ ਕੱਲਾ ਕੋ ਤਖਤ ਤੇ ਬੈਠਾਉਣ ਤੋਂ ਨਹੀਂ ਹੈ। ਜਨਮ ਸਾਖੀ ਸੀਗਾ, ਤਿਤ ਮੈਲ ਸ਼ਬਦ ਜੋ ਹੋਆ, ਉਹ ਗੁਰੂ ਅੰਗਦ ਜੋਗ ਆਹਾ। ਉਹ ਜੋ ਸ਼ਬਦ ਸੀ ਨਾ, ਜੋ ਸ਼ਬਦਾਂ ਦੀ ਪੋਥੀ ਸੀ, ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਦੇ ਦਿੱਤੀ। ਦਰਅਸਲ ਇਹ ਖਜ਼ਾਨਾ ਹੈ ਗੁਰੂ ਕਾ, ਇਹ ਵੱਡੀ ਜਾਇਦਾਦ ਸੀ ਗੁਰੂ ਕੀ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਕਿ ਇਹ ਪੋਥੀਆਂ ਪੜ੍ਹੋ, ਇਹ 'ਚੋਂ ਇਕੱਤਰ ਕਰਕੇ ਬਾਣੀ ਨੂੰ ਤੁਸੀਂ ਵੱਖਰੇ ਵੱਖਰੇ ਤਰੀਕੇ ਦੇ ਨਾਲ ਲਿਖੋ। ਹਮੈ ਸੁਨਾਵਤ ਜਾਓ ਚਾਰਾ, ਬੰਦ ਮਿਰਜ਼ਾਦ ਕਰੋ ਉਪਕਾਰਾ। ਮੈਨੂੰ ਸੁਣਾਈ ਜਾਓ ਤੇ ਉਹਨੂੰ ਬੜੇ ਤਰੀਕੇ ਦੇ ਨਾਲ ਇੱਕ ਥਾਂ ਤੇ ਇਕੱਤਰ ਕਰੋ ਬਾਣੀ ਨੂੰ। ਹਮ ਦੇ ਜੋ ਜਨਮੈ ਪਛਾਤਾ, ਤਿਨ ਸਭ ਕੋ ਹੋਵੇ ਗਤ ਦਾਤਾ। ਸਾਡੇ ਤੋਂ ਬਾਅਦ ਜਿਹੜੇ ਇਸ ਧਰਤੀ ਤੇ ਲੋਕ ਆਉਣਗੇ, ਉਹ ਗੁਰਬਾਣੀ ਪੜ੍ਹਨਗੇ। ਇਹ ਗੁਰਬਾਣੀ ਉਹਨਾਂ ਦੇ ਲਈ ਸੁੱਖਾਂ ਦੀ ਦਾਤੀ ਹੋਵੇਗੀ। ਜਿਉ ਜਹਾਜ਼ ਚੜ ਸਾਗਰ ਤਰਹੀ, ਤਿਉ ਤੇ ਪੜ ਸੰਸਾਰ ਉਦਰਹੀ। ਜਿਵੇਂ ਜਹਾਜ਼ ਤੇ ਬੈਠ ਕੇ ਕੋਈ ਸਮੁੰਦਰ ਤੋਂ, ਦਰਿਆ ਤੋਂ ਪਾਰ ਹੋ ਜਾਂਦਾ ਹੈ, ਤਿਵੇਂ ਜਿਹੜਾ ਇਹ ਬਾਣੀ ਨੂੰ ਪੜ੍ਹੇਗਾ ਨਾ, ਉਹ ਦੁੱਖਾਂ ਦੇ ਸਮੁੰਦਰ ਚੋਂ ਬਾਹਰ ਨਿਕਲ ਜਾਏਗਾ। ਸੁਨ ਸ਼੍ਰੀ ਅੰਗਦ ਬੰਧਨ ਠਾਨੀ, ਬੀਨ ਬੀਨ ਨੀਕੇ ਗੁਰਬਾਨੀ। ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਨਮਸਕਾਰ ਕੀਤੀ ਗੁਰੂ ਨਾਨਕ ਸਾਹਿਬ ਜੀ ਨੂੰ, ਤੇ ਗੁਰੂ ਕੀ ਬਾਣੀ ਨੂੰ ਪੜ੍ਹਨਾ ਸ਼ੁਰੂ ਕੀਤਾ। ਬਾਣੀ ਦੇ ਸ਼ਬਦ ਵੱਖਰੇ ਵੱਖਰੇ ਤੌਰ ਤੇ ਇਕੱਤਰ ਕਰਨੇ ਸ਼ੁਰੂ ਕਰ ਦਿੱਤੇ। ਜਬ ਆਵਨ ਸਾਨ ਸੁਨਾਵਨ ਕੀਨ ਸੁਹਾਨੀ, ਤਬ ਜਪ ਨਾਮ ਦਰਿਓ ਗੁਣ ਖਾਨੀ। ਇੱਕ ਬਾਣੀ ਇਕੱਤਰ ਕੀਤੀ, ਉਹ ਆ ਕੇ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਸੁਣਾਈ, ਤੇ ਗੁਣਾਂ ਦੇ ਦਾਤੇ ਸਤਿਗੁਰੂ ਜੀ ਨੇ ਉਹਦਾ ਨਾਮ ਰੱਖਿਆ ਜਪ। ਸ੍ਰੀ ਜਪਜੀ ਸਾਹਿਬ ਜੀ ਨੂੰ ਆਪਾਂ ਕਹਿੰਦੇ ਹਾਂ ਗੁਰਬਾਣੀ। ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਹੈ। ਔਰ ਇਤਿਹਾਸਕਾਰਾਂ ਦੀ ਵਿਚਾਰ ਹੈ ਕਿ ਸਤਿਗੁਰੂ ਜੀ ਨੇ ਇਹ ਬਾਣੀ ਬੜੇ ਇਕਾਂਤ ਵਿੱਚ ਬੈਠ ਕੇ ਕਰਤਾਰਪੁਰ 'ਚ ਜ਼ਿੰਦਗੀ ਦੇ ਆਖਰੀ ਸਮੇਂ ਵਿੱਚ ਉਚਾਰਨ ਕੀਤੀ ਹੈ। ਇੱਥੇ ਕਵੀ ਜੀ ਕਹਿ ਰਹੇ ਨੇ, ਕੁਝ ਇਤਿਹਾਸਕਾਰਾਂ ਇਹ ਵੀ ਕਿਹਾ ਕਿ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਹੈ। ਸਮੇਂ-ਸਮੇਂ ਤੇ ਸਤਿਗੁਰੂ ਜੀ ਨੇ ਸ਼ਬਦ ਪੌੜੀਆਂ ਉਚਾਰੀਆਂ ਨੇ, ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਦਾ ਹੁਕਮ ਮੰਨ ਕੇ ਉਹ ਵੱਖਰੀਆਂ ਵੱਖਰੀਆਂ ਜਿਹੜੀਆਂ ਪੌੜੀਆਂ ਸਨ, ਉਹਨਾਂ ਨੂੰ ਇੱਕ ਸਿਰਲੇਖ ਵਿੱਚ ਅੰਕਿਤ ਕਰ ਦਿੱਤਾ, ਸੰਗਠਿਤ ਕਰ ਦਿੱਤਾ। ਔਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੀ ਇਹੀ ਗੱਲ ਲਿਖਦੇ ਨੇ। ਉਹਨਾਂ ਨੇ ਇੱਕ ਉਦਾਹਰਣ ਦਿੱਤੀ ਹੈ ਕਿ ਜਿਹੜਾ ਅਖੀਰ ਤੇ ਸ਼ਲੋਕ ਹੈ ਨਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਉਹ ਕਹਿੰਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਹੈ। ਕਿਉਂਕਿ ਇਹੀ ਸ਼ਲੋਕ ਜਿਹੜਾ ਹੈ ਮਾਝ ਰਾਗ ਦੀ ਵਾਰ ਵਿੱਚ ਅੰਕਿਤ ਹੈ, ਥੋੜੇ ਜਿਹੇ ਬਦਲ ਦੇ ਨਾਲ। ਔਰ ਉਹਨਾਂ ਨੇ ਇਹ ਹਵਾਲਾ ਦਿੱਤਾ ਕਿ ਸ਼ਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਹੈ। ਜ਼ਿਆਦਾਤਰ ਇਤਿਹਾਸਕਾਰ ਕਹਿੰਦੇ ਨੇ ਕਿ ਸਾਰੀ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਆਪ ਉਚਾਰਨ ਕੀਤੀ ਹੈ। ਔਰ ਇੱਕ ਉਦਾਹਰਣ ਮਿਲਦੀ ਹੈ, ਕਰਤਾਰਪੁਰ ਦੀ ਜਦ ਗੱਲ ਕੀਤੀ ਨਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ, ਉਹਨਾਂ ਲਿਖਿਆ ਸੋਦਰ ਆਰਤੀ ਗਾਵੀ ਅੰਮ੍ਰਿਤ ਵੇਲੇ ਜਾਪ ਉਚਾਰਾ। ਕਿ ਸ਼ਾਮ ਨੂੰ ਆਰਤੀ ਸੋਦਰ ਦਾ ਪਾਠ ਹੁੰਦਾ ਹੈ, ਆਰਤੀ ਦਾ ਪਾਠ ਹੁੰਦਾ ਹੈ, ਤੇ ਅੰਮ੍ਰਿਤ ਵੇਲੇ ਜਾਪ ਉਚਾਰਾ, ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਹੁੰਦਾ ਹੈ। ਇਸ ਕਰਕੇ ਇੱਥੇ ਕਵੀ ਜਨ ਕਹਿ ਰਹੇ ਨੇ ਕਿ ਭਾਈ ਲਹਿਣਾ ਜੀ ਨੇ ਸਾਰੀਆਂ ਪੌੜੀਆਂ ਇਕੱਤਰ ਕਰਕੇ ਬਾਣੀ ਦਾ ਨਾਮ ਰੱਖਿਆ ਜਪ। ਜਪ ਦਾ ਅਰਥ ਹੈ ਸਿਮਰਨ। ਬਾਣੀ ਦਾ ਨਾਮ ਹੈ ਜਪ। ਪਹਿਲਾ ਮੂਲ ਮੰਤਰ ਹੈ ਗੁਰੂ ਨਾਨਕ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ, ਇੱਕ ਓਂਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ। ਜਦੋਂ ਤੁਸੀਂ ਬਾਣੀ ਪੜ੍ਹੋਗੇ
ਗੁਰਪ੍ਰਸਾਦ ਦੇ ਅੱਗੇ ਦੋ ਡੰਡੀਆਂ ਨੇ, ਬੰਦ ਕਰ ਦਿੱਤਾ ਇੱਥੇ। ਅੱਗੇ ਜਪ ਲਿਖਿਆ ਹੋਇਆ, ਫਿਰ ਬੰਦ ਕੀਤਾ, ਦੋ ਡੰਡੀਆਂ ਲੱਗੀਆਂ ਨੇ। ਅੱਗੇ ਸ਼ਲੋਕ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਹੁਣ ਇਹਦੋਂ ਅੱਗੇ ਬਾਣੀ ਸ਼ੁਰੂ ਹੁੰਦੀ ਹੈ, ਪਹਿਲੀ ਪੌੜੀ ਸੋਚੈ ਸੋਚ ਨਾ ਹੋਵੇ, ਜੇ ਸੋਚੈ ਲੱਖ ਵਾਰ। ਜਪ ਦਾ ਅਰਥ ਹੈ ਸਿਮਰਨ। ਜਪਜੀ ਸਾਹਿਬ ਜੀ ਦੀ ਸਮੁੱਚੀ ਬਾਣੀ ਹੀ ਪ੍ਰਮਾਤਮਾ ਦੇ ਪਿਆਰ ਜੋੜਦੀ ਹੈ, ਸਿਮਰਨ ਦੀ ਗੱਲ ਕਰਦੀ ਹੈ। ਇਸ ਕਰਕੇ ਇਹਦਾ ਨਾਮ ਅਸੀਂ ਸਤਿਕਾਰ ਸਹਿਤ ਨੂੰ ਜਪ ਜੀ ਸਾਹਿਬ ਕਹਿੰਦੇ ਹਾਂ। ਗੁਰੂ ਸਾਹਿਬ ਜੀ ਨੇ, ਗੁਰੂ ਅੰਗਦ ਦੇਵ ਜੀ ਨੇ ਇਹ ਪਵਿੱਤਰ ਬਾਣੀ ਸੁਣਾਈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਗੁਰੂ ਕੀ ਬਾਣੀ ਪੜ੍ਹ ਕੇ ਸੁਣਾਈ ਹੈ। ਸ਼੍ਰੀ ਮੁਖ ਤੇ ਮਹਿਮਾ ਪੁਨ ਭਾਖੀ, ਜੋ ਨਰ ਹੋਇ ਸਿੱਖੀ ਅਬੇਲਾਖੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦੀ ਵਡਿਆਈ ਬਿਆਨ ਕੀਤੀ ਹੈ ਕਿ ਜਿਹੜਾ ਸਿੱਖੀ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਭਾਈ, ਉਹ ਜਪਜੀ ਸਾਹਿਬ ਜ਼ਰੂਰ ਪੜ੍ਹੇ। ਜਪਜੀ ਸਾਹਿਬ ਮੂਲ ਹੈ ਸਾਡੀ ਬਾਣੀ। ਵਿਦਵਾਨਾਂ ਦੀ ਰਾਏ ਹੈ ਕਿ ਜੋ ਮੂਲ ਮੰਤਰ ਹੈ ਨਾ, ਉਹਦੀ ਹੀ ਵਿਚਾਰ ਜਪਜੀ ਸਾਹਿਬ 'ਚ ਉਹਦਾ ਵਿਸਥਾਰ ਹੈ। ਤੇ ਜਪਜੀ ਸਾਹਿਬ ਜੀ ਦਾ ਵਿਸਥਾਰ ਜਿਹੜਾ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ। ਜਪਜੀ ਸਾਹਿਬ ਪਵਿੱਤਰ ਬਾਣੀ ਜਿਹੜੀ ਹੈ, ਇਹਦੇ ਵਿੱਚ ਇੱਕ ਮੁੱਖ ਧੁਰਾ ਹੈ, ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ। ਜ਼ਿੰਦਗੀ ਦਾ ਮਕਸਦ ਹੈ ਸਚਿਆਰ ਬਣਨਾ, ਸੱਚ ਵਿੱਚ ਲਵਲੀਨ ਹੋਣਾ, ਸੱਚ ਦੇ ਧਾਰਨੀ ਬਣਨਾ। ਕੂੜ ਤੋਂ ਮੁਕਤ ਕਿਵੇਂ ਹੋਈਏ ਤੇ ਸੱਚ ਦੇ ਧਾਰਨੀ ਕਿਵੇਂ ਬਣੀਏ। ਤੇ ਸਤਿਗੁਰੂ ਜੀ ਨੇ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਣ ਇੱਥੋਂ ਲੈ ਕੇ ਸਤਿਗੁਰੂ ਜੀ ਨੇ ਇੱਕ ਸਚਿਆਰ ਪੁਰਖ ਦੀ ਜ਼ਿੰਦਗੀ ਦੀ ਹੀ ਗੱਲ ਕੀਤੀ ਹੈ। ਜਦੋਂ ਕੋਈ ਸਚਿਆਰ ਬਣ ਜਾਂਦਾ, ਫਿਰ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦ ਨਿਹਾਲ। ਸੱਚਖੰਡ ਵਿੱਚ ਲਿਵਲੀਨ ਹੋ ਜਾਂਦਾ ਹੈ, ਜਿੱਥੇ ਪ੍ਰਮਾਤਮਾ ਹੀ ਉਹਦੀ ਸੁਰਤ ਵਿੱਚ ਵਸਦਾ ਹੈ। ਪ੍ਰਮਾਤਮਾ ਤੋਂ ਬਿਨਾਂ ਉਹਨੂੰ ਕੁਝ ਨਜ਼ਰ ਹੀ ਨਹੀਂ ਆਉਂਦਾ। ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਵਿਚਾਰ ਨਾਲ ਪੜ੍ਹੋਗੇ, ਸੁਰਤ ਜੋੜ ਕੇ ਪੜ੍ਹੋਗੇ। ਜਿਵੇਂ ਕਿਸੇ ਪੌੜੀ ਦੇ ਡੰਡੇ ਚੜ੍ਹਦੇ ਚੜ੍ਹਦੇ ਆਪਾਂ ਉੱਚੇ ਨਹੀਂ ਉੱਠਦੇ ਜਾਈਦਾ। ਜਿੰਨੀ ਸੁਰਤ ਤੁਹਾਡੀ ਇਸ ਪਵਿੱਤਰ ਬਾਣੀ 'ਚ ਲੱਗੇਗੀ, ਉਨੀ ਤੁਹਾਡੀ ਸੁਰਤ ਜਿਹੜੀ ਉੱਚੀ ਉੱਠਦੀ ਚਲੀ ਜਾਏਗੀ, ਉਨੀ ਤੁਹਾਡੀ ਸੁਰਤ ਜਿਹੜੀ ਹੈ ਉਹ ਵਿਕਾਸ ਕਰਦੀ ਜਾਏਗੀ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਕਿ ਜੇ ਸਿੱਖੀ ਪ੍ਰਾਪਤ ਕਰਨੀ ਹੈ ਤੇ ਜਪਜੀ ਸਾਹਿਬ ਸਾਡੀ ਮੂਲ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਮੂਲ ਬਾਣੀ ਹੈ, ਨਿਤਨੇਮ ਦੀ ਵੀ ਮੂਲ ਬਾਣੀ ਹੈ। ਜਦ ਖੰਡੇ ਕੀ ਪੌਲ ਪ੍ਰਾਪਤ ਨਹੀਂ, ਉਦੋਂ ਵੀ ਮੂਲ ਬਾਣੀ ਹੈ। ਔਰ ਬੜੀ ਮਹਿਮਾ ਸਮੇਂ ਸਮੇਂ ਤੇ ਮਹਾਂਪੁਰਖਾਂ ਨੇ ਇਸ ਪਵਿੱਤਰ ਬਾਣੀ ਦੀ ਗਾਈ ਹੈ। ਭਾਈ ਦੁਖ ਭੰਜਨ ਜੀ ਸੇਵਾ ਪੰਥੀ ਮਹਾਂਪੁਰਖ ਹੋਏ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜਕਾਲ ਦੇ ਵੇਲੇ। ਉਹਨਾਂ ਦੀ ਬੜੀ ਮਹਿਮਾ ਸੀ, ਬੜੀ ਵਡਿਆਈ ਸੀ। ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਨੂੰ ਮਿਲਣ ਆ ਗਏ। ਰੱਬੀ ਪਿਆਰਿਆਂ ਨੂੰ ਅਕਸਰ ਮਿਲਦੇ ਸਨ। ਭਾਈ ਦੁਖ ਭੰਜਨ ਜੀ ਦੇ ਨਾਲ ਗੱਲਬਾਤ ਹੋ ਰਹੀ ਹੈ ਤੇ ਭਾਈ ਸਾਹਿਬ ਜੀ ਨੇ ਇੱਕ ਗੱਲ ਕਹੀ ਰਣਜੀਤ ਸਿੰਘ ਜੀ ਨੂੰ ਕਿ ਜਪਜੀ ਸਾਹਿਬ ਕੰਠ ਹੈ। ਉਹ ਕਹਿਣ ਲੱਗੇ ਨਹੀਂ ਜੀ, ਪੜ੍ਹ ਲਈਦਾ, ਸੁਣ ਲਈਦਾ। ਤੇ ਇੱਕ ਗੱਲ ਕਹੀ ਬੜੀ ਪਿਆਰੀ, ਕਹਿਣ ਲੱਗੇ ਸਿੱਖ ਗੁਰੂ ਕਾ ਹੋਏ ਕੈ ਜਪਜੀ ਕੰਠ ਨਾ ਕੀਨ। ਹੋਵੇ ਗੁਰੂ ਕਾ ਸਿੱਖ ਤੇ ਉਹਨੇ ਜਪਜੀ ਕੰਠੀ ਨਾ ਕੀਤੀ ਹੋਵੇ। ਤੁਖ ਬਿਨ ਤੰਦਲ ਕਾਮ ਕਿਸ ਜਨਮ ਅਕਾਰਥ ਕੀਨ। ਚੌਲ ਕੱਢ ਲੋ ਤੇ ਬਾਕੀ ਛਿੱਲੜ ਰਹਿ ਜਾਂਦੇ, ਉਹਨੂੰ ਆਪਾਂ ਤੋ ਵੀ ਕਹਿੰਦੇ ਆ, ਫੱਕ ਵੀ ਕਹਿੰਦੇ ਆ। ਹੁਣ ਚੌਲ ਕੱਢ ਲੋ ਤੇ ਬਾਕੀ ਉਹ ਛਿੱਲੜ ਕਿਸ ਅਰਥ ਨੇ। ਸਿੱਖ ਦੇ ਸੁਰਤ ਵਿੱਚੋਂ ਜਪਜੀ ਸਾਹਿਬ ਨਿਕਲ ਗਿਆ ਤੇ ਬਾਕੀ ਕਿਸੇ ਅਰਥ ਨਹੀਂ ਹੈ। ਅਸੀਂ ਜੇ ਸਿੱਖਾਂ ਤੇ ਉਹ ਸ਼ਬਦ ਸੁਰਤ ਨਾਲ ਜੁੜਨ ਕਰਕੇ ਹੀ। ਮਤਾਂ ਕੋਈ ਸੋਚੇ ਕਿ ਮੈਂ ਪੱਗ ਬੜੀ ਸੋਹਣੀ ਬੱਧੀ ਹੈ, ਬੜੀ ਨੀਲੇ ਰੰਗ ਦੀ ਹੈ, ਚਿੱਟੇ ਰੰਗ ਦੀ ਹੈ, ਕੱਪੜੇ ਚਿੱਟੇ ਨੇ, ਕੱਪੜਿਆਂ ਨਾਲ ਸਿੱਖ ਨਹੀਂ ਬਣਦਾ। ਸਾਡੇ ਨਾਲੋਂ ਸੋਹਣੀਆਂ ਪੱਗਾਂ ਅਰਬ ਕੰਟਰੀ ਦੇ ਸਿੱਖ ਬੰਦੇ, ਚਿੱਟੀਆਂ ਗੋਲ ਐਨ ਦੁੱਧ ਵਰਗੀਆਂ ਚਿੱਟੀਆਂ ਪੱਗਾਂ ਉਹਨਾਂ ਦੀਆਂ, ਦਾੜੇ ਬੜੇ ਸੋਹਣੇ ਚਿੱਟੇ ਉਹਨਾਂ ਦੇ, ਲੰਬੇ ਲੰਬੇ ਚੋਲੇ ਉਹਨਾਂ ਦੇ ਚਿੱਟੇ। ਉਹਨਾਂ ਨੂੰ ਅਸੀਂ ਸਿੱਖ ਨਹੀਂ ਗਿਣਦੇ। ਆਪਾਂ ਕਹਿੰਦੇ ਕਿਹੜੇ ਬਾਣੀ ਨਾਲ ਜੁੜੇ ਨੇ। ਤੇ ਜੇ ਅਸੀਂ ਬਾਣੀ ਨਾਲ ਨਹੀਂ ਜੁੜੇ ਹੋਵਾਂਗੇ ਤੇ ਅਸੀਂ ਕਿਵੇਂ ਸਿੱਖ ਬਣ ਜਾਵਾਂਗੇ। ਕਦੀ ਡਾਕਟਰ ਦੇ ਘਰ ਡਾਕਟਰ ਜੰਮੇ ਕਿ ਡਾਕਟਰ ਤੇ ਡਾਕਟਰ ਹੈ, ਡਾਕਟਰ ਦੇ ਬੱਚੇ ਨੂੰ ਤਾਂ ਡਾਕਟਰ ਕਵਾਂ ਜੇਕਰ ਉਹ ਡਾਕਟਰ ਬਣੇਗਾ, ਨਹੀਂ ਤੇ ਉਹਨੂੰ ਆਪਾਂ ਡਾਕਟਰ ਨਹੀਂ ਬਣਦੇ। ਆਪਾਂ ਕਹਿੰਦੇ ਉਹ ਤੇ ਡਾਕਟਰ, ਤੂੰ ਕਿਹੜਾ ਡਾਕਟਰ ਹੈ। ਇੰਜੀਨੀਅਰ ਦਾ ਮੁੰਡਾ ਜਿਹੜਾ ਹੈ, ਉਹ ਜੇ ਇੰਜੀਨੀਅਰਿੰਗ ਉਹਨੇ ਪਾਸ ਨਹੀਂ ਕੀਤੀ ਤਾਂ ਉਹਨੂੰ ਆਪਾਂ ਇੰਜੀਨੀਅਰ ਨਹੀਂ ਕਹਿੰਦੇ। ਉਹ ਤਾਂ ਹੀ ਇੰਜੀਨੀਅਰ ਹੋਏਗਾ ਜੇ ਇੰਜੀਨੀਅਰਿੰਗ ਪਾਸ ਕਰੇਗਾ ਤਾਂ। ਤੇ ਸਿੱਖ ਦਾ ਪੁੱਤ ਸਿੱਖ ਕਿਵੇਂ ਹੋ ਗਿਆ ਜੇ ਉਹਨੇ ਸਿੱਖੀ ਨਹੀਂ ਧਾਰਨ ਕੀਤੀ ਤਾਂ। ਜੇ ਉਹ ਬਾਣੀ ਨਾਲ ਜੁੜਿਆ ਨਹੀਂ ਤੇ ਉਹ ਕਿਵੇਂ ਸਿੱਖ ਗਿਣਿਆ ਜਾਏਗਾ। ਇਹ ਤੇ ਸਾਡਾ ਇੱਕ ਖਿਆਲ ਹੈ ਨਾ, ਪਰੰਪਰਾਵਾਦ ਅਸੀਂ ਗਿਣੀ ਜਾਂਦੇ ਹਾਂ। ਭਾਈ ਸਾਹਿਬ ਜੀ ਕਹਿਣ ਲੱਗੇ ਤੁਖ ਬਿਨ ਤੰਦਲ ਕਾਮ ਕਿਸ ਜਨਮ ਅਕਾਰਥ ਕੀਨ। ਜੇ ਸਿੱਖ ਨੇ ਜਪਜੀ ਨਹੀਂ ਕੀਤਾ ਤੇ ਜ਼ਿੰਦਗੀ ਕਾਹਦੇ ਲਈ ਹੈ। ਜਪਜੀ ਸਾਡੀ ਜ਼ਿੰਦਗੀ ਦਾ ਧੁਰਾ ਹੈ। ਜਪਜੀ ਬ੍ਰਹਮ ਗਿਆਨ ਦੀ ਦਾਤੀ ਹੈ, ਪਵਿੱਤਰ ਬਾਣੀ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜਿਸ ਨੇ ਵੀ ਸਿੱਖੀ ਪ੍ਰਾਪਤ ਕਰਨੀ ਹੈ ਭਾਈ ਉਹ ਜਪਜੀ ਸਾਹਿਬ ਜ਼ਰੂਰ ਪੜ੍ਹੇ। ਦੇਖੋ 10 ਕੁ ਮਿੰਟ ਦੀ ਬਾਣੀ ਹੈ, 10 ਕੁ ਮਿੰਟ ਦੀ।
ਹੁਣ ਜਿਹੜਾ ਬੰਦਾ ਦੇਖੋ ਇਹਦੇ ਵਿੱਚ ਪਰਮਾਤਮਾ ਨੂੰ ਕੋਈ ਭੁੱਖ ਨਹੀਂ ਹੈ ਕਿ ਤੁਸੀਂ ਰੱਬ ਦਾ ਨਾਮ ਜਪੋ। ਪਰਮਾਤਮਾ ਨੂੰ ਕੋਈ ਭੁੱਖ ਨਹੀਂ ਹੈ। ਅਸੀਂ ਰੱਬ ਦਾ ਨਾਮ ਜਪਾਂਗੇ ਉਹਨੇ ਕੋਈ ਵੱਡਿਆਂ ਨਹੀਂ ਹੋ ਜਾਣਾ, ਨਹੀਂ ਜਪਾਂਗੇ ਉਹਨੇ ਕੋਈ ਛੋਟੇ ਨਹੀਂ ਹੋ ਜਾਣਾ। ਕੀ ਫਰਕ ਪੈਣਾ ਉਹਨੂੰ? ਉਹ ਤੇ ਰੱਬ ਰੱਬ ਹੀ ਹੈ। ਹੁਣ ਬਾਣੀ ਪੜਾਂਗੇ ਤੇ ਗੁਰੂ ਨੂੰ ਕੋਈ ਫਰਕ ਨਹੀਂ ਪੈਣਾ, ਨਹੀਂ ਪੜਾਂਗੇ ਤੇ ਗੁਰੂ ਨੂੰ ਕੋਈ ਫਰਕ ਨਹੀਂ ਪੈਣਾ। ਮਸਲਾ ਤੇ ਹੈ ਕਿ ਅਸੀਂ ਸਿੱਖੀ ਧਾਰਨ ਕਰਨੀ, ਗੁਰੂ का ਪਿਆਰ ਲੈਣਾ ਹੈ, ਤੇ ਫਿਰ ਜੇ ਆਪਾਂ ਜ਼ਿੰਦਗੀ ਅੰਦਰ ਆਨੰਦ ਪ੍ਰਾਪਤ ਕਰਨਾ ਤੇ ਫਿਰ ਤੇ ਸਾਨੂੰ ਜਪਜੀ ਪੜ੍ਹਨਾ ਪਏਗਾ। ਡਾਕਟਰ ਕਹਿੰਦੇ ਜੇ ਤੰਦਰੁਸਤ ਰਹਿਣਾ ਤੇ ਰੋਜ਼ ਐਕਸਰਸਾਈਜ਼ ਕਰਿਆ ਕਰੋ। ਐਕਸਰਸਾਈਜ਼ ਕਰਨ ਦਾ ਅਰਥ ਇਹ ਨਹੀਂ ਕਿ ਅਸੀਂ ਡਾਕਟਰ ਤੇ ਕੋਈ ਅਹਿਸਾਨ ਕਰ ਰਹੇ ਹਾਂ, ਨਹੀਂ ਕਰਾਂਗੇ ਡਾਕਟਰ ਦਾ ਕੀ ਵਿਗੜਨਾ। ਐਕਸਰਸਾਈਜ਼ ਅਸੀਂ ਆਪਣੀ ਤੰਦਰੁਸਤੀ ਲਈ ਕਰਦੇ ਹਾਂ, ਕਰਨੀ ਚਾਹੀਦੀ ਹਰ ਬੰਦੇ ਨੂੰ। ਬਿਲਕੁਲ ਇਸ ਤਰ੍ਹਾਂ ਸਰੀਰ ਦੇ ਲਈ ਜੋ ਸੰਤੁਲਿਤ ਭੋਜਨ ਹੈ, ਠੀਕ ਖੁਰਾਕ ਖਾਣੀ ਚਾਹੀਦੀ ਹੈ। ਇਹਦੇ ਨਾਲ ਕਿਸੇ ਨੂੰ ਆਪਾਂ ਕੀ ਦੇਣਾ, ਤੇ ਸਾਡੇ ਸਰੀਰ ਲਈ ਜ਼ਰੂਰੀ ਹੈ ਕਿ ਆਪਾਂ ਠੀਕ ਭੋਜਨ ਖਾਈਏ, ਸਮੇਂ ਸਿਰ ਭੋਜਨ ਖਾਈਏ, ਸਰੀਰ ਦੀ ਸੰਭਾਲ ਰੱਖੀਏ। ਮਾਨਸਿਕ ਤੌਰ ਤੇ ਜੇ ਅਸੀਂ ਆਨੰਦ ਵਿੱਚ ਜਾਣੇ, ਸੁੱਖ ਮੰਨਣਾ, ਤੇ ਰੋਜ਼ ਪ੍ਰਮਾਤਮਾ ਦੇ ਪਿਆਰ ਵਿੱਚ ਜੁੜੀਏ। ਇਹ ਕੋਈ ਪ੍ਰਮਾਤਮਾ ਤੇ ਅਹਿਸਾਨ ਨਹੀਂ ਹੈ। ਕਈ ਬੜੇ ਕਹਿਣਗੇ ਲਓ ਜੀ ਅਸੀਂ ਸਿੱਖੀ ਤਿਆਗ ਦਿੰਦੇ, ਤਿਆਗ ਦੋ, ਸਿੱਖੀ ਨੂੰ ਕੀ ਫਰਕ ਪਏਗਾ ਬਈ? ਸਿੱਖੀ ਨੂੰ ਕੋਈ ਫਰਕ ਨਹੀਂ ਪੈਣਾ। ਸਿੱਖੀ ਤੇ ਉਦੋਂ ਵੀ ਕਾਇਮ ਸੀ ਜਦੋਂ ਪੰਜਾਬ ਦੀ ਧਰਤੀ ਤੇ ਇੱਕ ਇੱਕ ਸਿੱਖ ਰਹਿ ਗਿਆ ਸੀ। ਸਿੱਖੀ ਤੇ ਉਦੋਂ ਵੀ ਕਾਇਮ ਸੀ। ਸਿੱਖੀ ਕੋ ਮਨੁੱਖਾਂ ਦੇ ਆਸਰੇ ਤੇ ਨਹੀਂ ਕਾਇਮ। ਸਿੱਖੀ ਇੱਕ ਸਿਧਾਂਤ ਹੈ, ਸਿੱਖੀ ਇੱਕ ਮਾਰਗ ਹੈ। ਹੁਣ ਤੁਸੀਂ ਕਹੋ ਜੀ ਮੈਂ ਸੜਕ ਤੇ ਹੀ ਨਹੀਂ ਜਾਣਾ, ਨਾ ਜਾ, ਤੇਰੀ ਮਰਜ਼ੀ ਹੈ, ਨਾ ਜਾ। ਹੁਣ ਵਧੀਆ ਜਰਨੈਲੀ ਸੜਕ ਹੈ, ਤੁਸੀਂ ਕਹੋ ਜੀ ਮੈਂ ਨਹੀਂ ਇੱਥੇ ਜਾਣਾ, ਮੈਂ ਬਾਈਕਾਟ ਕਰਦਾ, ਨਾ ਜਾਓ, ਫਿਰ ਕੀ ਹੋ ਜਾਏਗਾ? ਤੁਸੀਂ ਧੱਕੇ ਖਾਓਗੇ। ਸਿੱਖੀ ਤੇ ਇੱਕ ਉਹ ਮਾਰਗ ਹੈ ਕਿ ਤੁਸੀਂ ਜ਼ਿੰਦਗੀ ਅੰਦਰ ਪਰਮਾਤਮਾ ਦੇ ਪਿਆਰ 'ਚ ਜੁੜਨਾ, ਬੜਾ ਸੌਖਾ ਮਾਰਗ ਹੈ। ਕੋਈ ਕਰਮ ਕਾਂਡ ਨਹੀਂ, ਕੋਈ ਤੀਰਥਾਂ ਦਾ ਰਟਣ ਨਹੀਂ, ਕੋਈ ਦਾਨ ਦੀ ਗੱਲ ਨਹੀਂ, ਕੋਈ ਸਰੀਰ ਨੂੰ ਕਸ਼ਟ ਦੇਣ ਦੀ ਗੱਲ ਨਹੀਂ, ਕੋਈ ਭੁੱਖੇ ਰਹਿਣ ਦੀ ਗੱਲ ਨਹੀਂ, ਕੋਈ ਵਰਤ ਰੱਖਣ ਦੀ ਗੱਲ ਨਹੀਂ। ਉਹ ਖਾਮ ਖਾਸੀ ਰੱਖੀ ਜਾਈਓ, ਸਾਡੀ ਮਰਜ਼ੀ, ਲੋਕਾਂ ਵੱਲ ਦੇਖ ਕੇ। ਕੋਈ ਵਰਤ ਰੱਖਣ ਦੀ ਲੋੜ ਨਹੀਂ ਹੈ। ਸਿੱਖੀ ਤੇ ਤਿੰਨਾਂ ਗੱਲਾਂ ਤੇ ਆਧਾਰਿਤ, ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ। ਬਸ ਇਹ ਤਿੰਨ ਗੱਲਾਂ ਨੇ। ਕਿੰਨਾ ਸੌਖਾ ਜਿਹਾ ਮਾਰਗ, ਤਿੰਨਾਂ ਗੱਲਾਂ ਸਭ ਕੁਝ ਬੰਦ ਹੈ। ਇਸ ਕਰਕੇ ਜੇ ਅਸੀਂ 10 ਮਿੰਟ ਪਰਮਾਤਮਾ ਦੇ ਪਿਆਰ 'ਚ ਹੀ ਨਹੀਂ ਜੁੜ ਸਕਦੇ, ਇਹ ਵੀ ਇੱਕ ਐਕਸਰਸਾਈਜ਼ ਹੈ ਆਤਮਿਕ ਸੁਖ ਮਾਣਨ ਦੇ ਲਈ। ਤੇ ਸਤਿਗੁਰੂ ਜੀ ਕਹਿੰਦੇ ਫਿਰ ਸਿੱਖੀ ਕਿਵੇਂ ਪ੍ਰਾਪਤ ਹੋਏਗੀ, ਸਿੱਖੀ ਦਾ ਪਤਾ ਕਿਵੇਂ ਲੱਗੇਗਾ? ਜਿਨੇ ਵੀ ਸਿੱਖੀ ਨੂੰ ਜਾਣਨਾ ਹੈ ਉਹ ਜਪਜੀ ਸਾਹਿਬ ਜ਼ਰੂਰ ਪੜ੍ਹੇ। ਨਿਸ ਮੈਂ ਉਠੇ ਸੇ ਕਰੇ ਇਸ਼ਨਾਨਾ, ਜਪ ਪੜ ਹੈ ਇੱਕ ਚਿਤ ਸਵਦਾਨਾ। ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰੇ ਤੇ ਇਕਾਗਰ ਚਿੱਤ ਹੋ ਕੇ ਜਪ ਬਾਣੀ ਦਾ ਪਾਠ ਕਰੇ। ਅਰਥ ਵਿਚਾਰ ਕਰੇ ਔਰ ਮਾਹੀ, ਮੁਕਤ ਹੋਏ ਸੋ ਸੰਸੈ ਨਾਹੀ। ਬਾਣੀ ਦੇ ਅਰਥ ਵਿਚਾਰ ਕੇ ਪੜ੍ਹੇ, ਉਹਨੂੰ ਸੁਰਤ ਉਹਦੇ ਅਰਥਾਂ ਵਿੱਚ ਟਿਕਾਏ। ਤੇ ਸਤਿਗੁਰੂ ਜੀ ਇਸ ਗੱਲ 'ਚ ਕਹਿੰਦੇ ਕੋਈ ਸ਼ੱਕ ਨਹੀਂ, ਉਹ ਮੁਕਤ ਹੈ ਬੰਦਾ। ਮੁਕਤ ਦਾ ਅਰਥ ਸੁਤੰਤਰ, ਮੁਕਤ ਦਾ ਅਰਥ ਹੈ ਬੰਧਨਾਂ ਤੋਂ ਰਹਿਤ। ਇਹ ਮੁਕਤੀ ਕੋ ਮਰਨ ਤੋਂ ਬਾਅਦ ਮੁਕਤੀ ਨਹੀਂ ਹੈ। ਸਾਨੂੰ ਮਰਨ ਤੋਂ ਬਾਅਦ ਮੁਕਤੀ ਦਾ ਲਾਰਾ ਹੀ ਨਹੀਂ ਲਾਇਆ ਸਾਡੂ ਸਤਿਗੁਰੂ ਜੀ ਨੇ। ਜਿਉਂਦੇ ਮੁਕਤ। ਮੁਕਤੀ ਦਾ ਅਰਥ ਹੈ ਦੁੱਖਾਂ ਤੋਂ ਮੁਕਤੀ, ਮੁਕਤੀ ਦਾ ਅਰਥ ਹੈ ਚਿੰਤਾ ਤੋਂ ਮੁਕਤੀ, ਮੁਕਤੀ ਦਾ ਅਰਥ ਹੈ ਵਿਕਾਰਾਂ ਤੋਂ ਮੁਕਤੀ, ਭਰਮ ਭਟਕਣਾ ਤੋਂ ਮੁਕਤੀ। ਤੇ ਜੇ ਆਪਾਂ ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਸੁਰਤ ਜੋੜ ਲਈਏ, ਸਾਨੂੰ ਪਤਾ ਲੱਗੇਗਾ ਕਿ ਰੱਬ ਦੇ ਦਰ ਘਰ 'ਚ ਲਿਵਲੀਨ ਹੋਣ ਦਾ ਮਾਰਗ ਕੀ। ਤੇ ਫਿਰ ਐਵੇਂ ਕਬਰਾਂ ਨੂੰ ਮੱਥੇ ਟੇਕਾਂਗੇ ਅਸੀਂ, ਖਾਮਖਾਸੀ ਤੀਰਥਾਂ ਤੇ ਕਿਉਂ ਨਾਵਾਂਗੇ? ਮੁਕਤ ਹੋ ਜਾਵਾਂਗੇ ਇਸ ਭਰਮ ਭਟਕਣਾ ਤੋਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਜਪਜੀ ਨੂੰ ਵਿਚਾਰ ਨਾਲ ਪੜ੍ਹਦਾ ਹੈ, ਜਪਜੀ ਸੁਰਤ ਜੋੜਦਾ ਹੈ, ਇਹ ਉਹ ਮੁਕਤ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਪ ਜੀ ਸੇਵਨ ਪ੍ਰੀਤ ਸੋ ਜਾਹੀ, ਮਮ ਸਮੀਪ ਪ੍ਰਾਪਤ ਹੋਏ ਤਾਹੀ। ਜਿਹੜਾ ਜਪਜੀ ਨੂੰ ਪਿਆਰ ਨਾਲ ਪੜ੍ਹੇਗਾ, ਜਿਹੜਾ ਜਪਜੀ ਨੂੰ ਪਿਆਰ ਕਰੇਗਾ, ਉਹ ਮੇਰੇ ਨੇੜੇ ਹੀ ਹੈ ਭਾਈ। ਗੁਰੂ ਦੇ ਨੇੜੇ ਪਹੁੰਚਣ ਦਾ ਤਰੀਕਾ ਕੀ ਹੈ? ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਕਿਹਾ, ਹਜ਼ੂਰ ਸਾਹਿਬ ਜਦੋਂ ਸਤਿਗੁਰੂ ਜੀ ਜੋਤੀ ਸਮਾਉਣ ਲੱਗੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ। ਸੇ ਕਹਿਣ ਲੱਗੇ ਮਹਾਰਾਜ ਜੀ ਤੁਸੀਂ ਜਾ ਰਹੇ ਹੋ, ਜੇ ਤੁਹਾਡੇ ਦੀਦਾਰ ਕਰਨੇ ਹੁਣ ਤੇ ਕਿੱਥੋਂ ਕਰੀਏ? ਸਤਿਗੁਰੂ ਜੀ ਨੇ ਕਿਹਾ ਸੀ ਜੇ ਸਿੱਖ ਗੁਰ ਦਰਸ਼ਨ ਕੀ ਚਾਹੇ, ਦਰਸ਼ਨ ਕਰੇ ਗ੍ਰੰਥ ਜੀ ਆਏ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ ਭਾਈ, ਇਹ ਗੁਰੂ ਕੇ ਦਰਸ਼ਨ ਨੇ। ਸਿੱਖਾਂ ਨੇ ਅਗਲਾ ਸਵਾਲ ਕੀਤਾ, ਜੇ ਤੁਹਾਡੇ ਬਚਨ ਸੁਣਨੇ ਹੋਣ ਠੀਕ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲਾਂਗੇ। ਜਿਵੇਂ ਤੁਸੀਂ ਸਾਡੇ ਕੋਲ ਬੈਠੇ ਹੋ, ਗੱਲਬਾਤ ਕਰ ਰਹੇ ਹੋ, ਇਦਾਂ ਤੁਹਾਡੀ ਗੱਲਬਾਤ ਸੁਣਨੀ ਹੋਏ ਤੇ ਫੇਰ ਸਤਿਗੁਰੂ ਜੀ ਕਹਿਣ ਲੱਗੇ ਬਾਣੀ ਸੁਣਿਆ ਕਰੋ ਪਿਆਰ ਦੇ ਨਾਲ। ਇਹ ਮੇਰੇ ਬਚਨ ਨੇ। ਸਿੱਖਾਂ ਨੇ ਇੱਕ ਸਵਾਲ ਹੋਰ ਕਰ ਦਿੱਤਾ, ਮਹਾਰਾਜ ਜੀਓ ਇਹ ਬਚਨ ਸੁਣਨੇ ਹੋਣ ਆਪਾਂ ਬਾਣੀ ਸੁਣ ਲਵਾਂਗੇ, ਅਸੀਂ ਤੁਹਾਡੇ ਨਾਲ ਗੱਲ ਕਰਨੀ ਹੋਏ ਤਾਂ, ਤੁਹਾਡੇ ਨਾਲ ਇਵੇਂ ਆਮੋ ਸਾਹਮਣੇ ਗੱਲ ਕਰਨੀ ਹੋਏ ਤਾਂ
ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਬਾਣੀ ਫਿਰ ਪੜ੍ਹਿਆ ਕਰੋ। ਇੱਕ ਬਾਣੀ ਸੁਣਿਆ ਕਰੋ, ਜੇ ਮੇਰੇ ਨੂੰ ਸੁਣਨਾ ਹੈ ਫਿਰ ਬਾਣੀ ਪੜ੍ਹਿਆ ਕਰੋ। ਜੇ ਗੁਰੂ ਦੇ ਨਾਲ ਗੱਲ ਕਰਨੀ ਹੈ ਤੇ ਬਾਣੀ ਪੜ੍ਹਿਆ ਕਰੋ। ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰ ਨਾਲ ਪੜ੍ਹਦੇ ਹਾਂ, ਦੇਖੋ ਇਵੇਂ ਲੱਗਦਾ ਜਿਵੇਂ ਗੁਰੂ ਦੇ ਨਾਲ ਗੱਲ ਕਰ ਰਹੇ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਜੇ ਜਪਜੀ ਨੂੰ ਰੋਜ਼ ਪਿਆਰ ਨਾਲ ਪੜ੍ਹੋਗੇ, ਸੁਰਤ ਜੋੜ ਕੇ ਪੜ੍ਹੋਗੇ, ਤੇ ਤੁਸੀਂ ਮੇਰੇ ਨੇੜੇ ਹੀ ਹੋ, ਮੈਂ ਤੁਹਾਡੇ ਕੋਲ ਹੀ ਹਾਂ, ਨਿਤ ਮੇਰੇ ਕੋਲ ਬੈਠੋ। ਹੁਣ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਰੋਜ਼ ਬੈਠਣ ਦਾ ਮੌਕਾ ਮਿਲੇ ਤੇ ਅਸੀਂ ਗਵਾਈ ਦਈਏ, ਅਸੀਂ ਉਹ ਵੇਲੇ ਨੂੰ ਖੁੰਝਾ ਦਈਏ, ਕਹੋ ਜੀ ਅੱਜ ਟਾਈਮ ਹੀ ਨਹੀਂ ਜਪਜੀ ਸਾਹਿਬ ਪੜ੍ਹਨ ਦਾ ਸਾਡੇ ਕੋਲ, ਅੱਜ ਤਾਂ ਜੀ ਰੋਟੀ ਖਾਣ ਦਾ ਵੇਲ ਨਹੀਂ ਹੈ। ਇਹ ਕੰਮਕਾਰ ਜ਼ਿੰਦਗੀ 'ਚ ਜ਼ਰੂਰੀ ਨੇ, ਪਰ ਕੰਮਕਾਰ ਤੋਂ ਪਹਿਲਾਂ ਮਨ ਦੀ ਸ਼ਾਂਤੀ ਬੜੀ ਜ਼ਰੂਰੀ ਹੈ, ਜ਼ਿੰਦਗੀ ਦਾ ਸੁੱਖ ਬੜਾ ਜ਼ਰੂਰੀ ਹੈ। ਇਸ ਕਰਕੇ ਉਹ ਸੁੱਖ ਤੇ ਸਵੇਰ ਤੋਂ ਹੀ ਸ਼ੁਰੂ ਹੁੰਦਾ ਹੈ। ਜੇ ਸਵੇਰੇ ਉੱਠਦੇ ਹੀ ਅਸੀਂ ਗੁਰੂ ਨੂੰ ਚੇਤੇ ਨਹੀਂ ਕੀਤਾ, ਪ੍ਰਮਾਤਮਾ ਨੂੰ ਚੇਤੇ ਨਹੀਂ ਕੀਤਾ, ਤੇ ਫਿਰ ਸਾਡੇ ਕੰਮ ਕਰ ਕਿਸ ਅਰਥ ਨੇ? ਇਹਨਾਂ ਨੇ ਤਾਂ ਸੁੱਖ ਨਹੀਂ ਦੇਣਾ। ਬਹੁਤ ਬਹੁਤ ਧਨਵਾਨ ਆਏ, ਧਰਤੀ ਤੋਂ ਚਲੇ ਗਏ। ਆ ਕੁਝ ਦਿਨ ਪਹਿਲਾਂ ਇੱਕ ਮੈਂ ਨਿਊਯਾਰਕ ਦੀ ਖਬਰ ਵਾਇਰਲ ਹੋਈ ਦੇਖ ਰਿਹਾ ਸਾਂ। ਇੱਕ ਬੰਦਾ ਬੜਾ ਅਮੀਰ ਸੀ, ਮਰ ਰਿਹਾ, ਤੇ ਮਰਨ ਤੋਂ ਬਾਅਦ, ਮਰਨ ਤੋਂ ਪਹਿਲਾਂ ਆਪਣੇ ਇੱਕ ਸੱਜਣ ਨੂੰ ਕਹਿੰਦਾ ਕਿ ਜਿੰਨੇ ਮੇਰੇ ਪੈਸੇ ਬਾਹਰ ਗਲੀਆਂ 'ਚ ਖਿਲਾਰਦੇ ਜਾ ਕੇ, ਇਹਨਾਂ ਨੇ ਕੋਈ ਸੁੱਖ ਨਹੀਂ ਦਿੱਤਾ ਮੈਨੂੰ। ਖਿਲਾਰਦੇ ਜਿਹੜੇ ਪੈਸੇ ਨੇ, ਉਹ ਗਲੀਆਂ 'ਚ ਡਾਲਰ ਖਿਲਾਰਦਾ ਹੋਇਆ ਇੱਕ ਵਿਅਕਤੀ ਨਜ਼ਰ ਆ ਰਿਹਾ ਹੈ। ਪੈਸੇ ਗੁਜਰਾਨ ਨੇ ਸਾਡੀ ਇਹ, ਲੇਕਿਨ ਜੇ ਆਪਾਂ ਕਹੀਏ ਕਿ ਸੁੱਖ ਇਹਦੇ 'ਚੋਂ ਮਿਲ ਜਾਏਗਾ, ਇਹ ਭਰਮ ਹੈ। ਸੁੱਖ ਤਾਂ ਸਾਡੇ ਮਨ 'ਚੋਂ ਮਿਲਣਾ ਹੈ, ਮਨ ਦੀ ਅਵਸਥਾ 'ਚੋਂ ਮਿਲਣਾ ਹੈ। ਮਨ ਦੀ ਅਵਸਥਾ ਕਦੋਂ ਵਿਗੜਦੀ? ਬੁਰੀਆਂ ਗੱਲਾਂ ਸੁਣੀ ਜਾਓ, ਚਿੰਤਾ 'ਚ ਪਏ ਰਹੋ, ਮਨ ਦਾ ਸੁੱਖ ਖਤਮ ਹੋ ਜਾਏਗਾ। ਤੇ ਜੇ ਮਨ ਨੂੰ ਆਪਾਂ ਬੈਲੈਂਸ ਰੱਖਣਾ, ਜੇ ਮਨ ਦੇ ਅੰਦਰ ਅਸੀਂ ਸਹਿਜ ਪ੍ਰਾਪਤ ਕਰਨਾ, ਰੋਜ਼ ਬਾਣੀ ਦੇ ਰਹੀ ਥੈਰੇਪੀ ਕਰਿਆ ਹੋਏ। ਇੱਕ ਥੈਰੇਪੀ ਹੈ, ਇੱਕ ਕਾਉਂਸਲਿੰਗ ਹੈ। ਰੋਜ਼ ਆਪਣੇ ਮਨ ਨੂੰ ਗੁਰਬਾਣੀ ਨਾਲ ਜੋੜ ਕੇ ਸਮਝਾਉਣਾ। ਮਨ ਪ੍ਰਬੁੱਧ ਹਰ ਕੇ ਨਾਹੀ, ਦਹਿਦ ਸਤਾਵਤ ਆਵੇ ਠਾਏ, ਤਾਕੋ ਬਿਗਨ ਲਾਗੈ ਕੋਏ, ਜਾ ਕੇ ਹਿਰਦੇ ਬਸੇ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਉ। ਸਤਿਗੁਰੂ ਜੀ ਕਹਿੰਦੇ ਮਨ ਨੂੰ ਪ੍ਰਬੁੱਧਿਆ ਕਰੋ, ਗਿਆਨਵਾਨ ਕਰਿਆ ਕਰੋ, ਸਮਝਾਇਆ ਕਰੋ। ਗੁਰਬਾਣੀ ਪੜ੍ਹਨ ਦਾ ਅਰਥ ਹੈ ਮਨ ਨੂੰ ਸਮਝਾਉਣਾ, ਮਨ ਨੂੰ ਪ੍ਰਬੁੱਧਣਾ, ਮਨ ਨੂੰ ਗਿਆਨਵਾਨ ਕਰਨਾ। ਤੇ ਸਤਿਗੁਰੂ ਜੀ ਨੇ ਕਿੱਡੀ ਵੱਡੀ ਗੱਲ ਕੀ, ਜੇ ਰੋਜ਼ ਜਪਜੀ ਸਾਹਿਬ ਪਿਆਰ ਨਾਲ ਪੜ੍ਹੋਗੇ ਨਾ, ਫਿਰ ਤੁਸੀਂ ਮੇਰੇ ਕੋਲ ਹੀ ਹੋਵੋਗੇ। ਏਡੀ ਵੱਡੀ ਦਾਤ ਕਿਸੇ ਨੂੰ ਨਹੀਂ ਮਿਲੀ। ਕਿਸੇ ਧਾਰਮਿਕ ਰਹਿਬਰ ਨੇ ਗੱਲ ਨਹੀਂ ਕੀ ਆਪਣੀ ਉਮਤ ਨੂੰ ਕਿ ਮੇਰੀ ਗੱਲ ਪੜ੍ਹੋ, ਮੈਂ ਤੁਹਾਡੇ ਕੋਲ ਆ। ਉਹ ਤਾਂ ਕਹਿੰਦੇ ਮਰਨ ਤੋਂ ਬਾਅਦ ਹੀ ਛੁਟਕਾਰਾ ਹੋਏਗਾ, ਬੜਾ ਕਦੇ ਸਮਾਂ ਆਏਗਾ, ਹਜ਼ਰਤ ਮੁਹੰਮਦ ਸਾਹਿਬ ਜੀ ਆਉਣਗੇ, ਕਬਰਾਂ 'ਚ ਉਠਾਉਣਗੇ, ਫਿਰ ਲੇਖਾ ਜੋਖਾ ਹੋਏਗਾ। ਲੇਕਿਨ ਸਾਡੇ ਸਤਿਗੁਰੂ ਜੀ ਨੇ ਗੱਲ ਨਹੀਂ ਕਹੀ। ਸਾਡੇ ਸਤਿਗੁਰੂ ਜੀ ਕਹਿੰਦੇ ਰੋਜ਼ ਜਪਜੀ ਸਾਹਿਬ ਪੜ੍ਹੋ, ਮੈਂ ਤੁਹਾਡੇ ਕੋਲ ਆ। ਰੋਜ਼ ਜਪਜੀ ਸਾਹਿਬ ਸੁਣੋ, ਤੁਸੀਂ ਮੈਨੂੰ ਹੀ ਸੁਣ ਰਹੇ ਹੋ, ਮੇਰੀਆਂ ਗੱਲਾਂ ਤੁਸੀਂ ਕਰ ਰਹੇ ਹੋ। ਇੱਥੇ ਵੀ ਸਤਿਗੁਰੂ ਜੀ ਕਹਿੰਦੇ ਜਦੋਂ ਅਰਥ ਵਿਚਾਰ ਨਾਲ ਭਾਵ ਸੁਰਤ ਜੋੜ ਕੇ ਬਾਣੀ ਪੜੋਗੇ, ਮੈਂ ਤੁਹਾਡੇ ਕੋਲ ਹੋਵਾਂਗਾ। ਧਰੈ ਕਾਮਨਾ ਪੜ ਹੈ ਇੱਕ ਮਨ, ਹੋਏ ਸੰਪੂਰਨ ਤੇਈ ਤਤਸ਼ਨ। ਜਦੋਂ ਇੱਕ ਮਨ ਚਿੱਤ ਹੋ ਕੇ ਤੁਸੀਂ ਬਾਣੀ ਪੜੋਗੇ, ਜੋ ਮਨ ਚਾਹੇਗਾ ਉਹ ਪੂਰਾ ਹੋ ਜਾਏਗਾ। ਪਹਿਲੀ ਗੱਲ ਕਿ ਸਿੱਖ ਦੇ ਮਨ 'ਚ ਕਾਮਨਾ ਹੋਣੀ ਕੋਈ ਨਹੀਂ ਚਾਹੀਦੀ। ਬਾਣੀ ਕਾਮਨਾ ਨਹੀਂ ਪੜ੍ਹਨੀ। ਦਰਅਸਲ ਬਾਣੀ ਪੜ੍ਹਨ ਤੋਂ ਬਾਅਦ ਤੇ ਇਹ ਹੋਣਾ ਚਾਹੀਦਾ ਹੈ ਕਿ ਬਾਣੀ ਨਾਲ, ਬਾਣੀ ਪੜ੍ਹਦਿਆਂ ਸਾਨੂੰ ਬਾਣੀ ਵਾਲਾ ਹੀ ਪ੍ਰਾਪਤ ਹੋ ਜਾਏ। ਜਿਹਨੇ ਬਾਣੀ ਬਖਸ਼ਿਸ਼ ਕੀਤੀ ਉਹਦੇ ਨਾਲ ਹੀ ਸਾਡੀ ਸਾਂਝ ਬਣ ਜਾਏ। ਜੇ ਉਹਦੇ ਨਾਲ ਸਾਂਝ ਬਣ ਗਈ ਤੇ ਬਾਕੀ ਕੀ ਰਹਿ ਗਿਆ? ਤੇ ਜੇ ਬਾਣੀ ਪੜ੍ਹਦਿਆਂ ਵੀ ਆਪਾਂ ਉਹੀ ਚੀਜ਼ਾਂ ਮਿਲਣੀਆਂ ਮੰਗਣੀਆਂ ਜਿਹੜੀਆਂ ਬਾਜ਼ਾਰ 'ਚੋਂ ਮਿਲ ਜਾਂਦੀਆਂ ਨੇ, ਤੇ ਬਾਣੀ ਦੀ ਮਹਾਨਤਾ ਕੀ ਹੋਈ? ਕੋਈ ਕਬਰਾਂ ਤੇ ਜਾ ਕੇ ਹੱਥ ਜੋੜ ਕੇ ਖੜਾ ਉਹ ਚੀਜ਼ਾਂ ਦੀ ਲਿਸਟ ਹੀ ਖੜਾ ਹੈ, ਕੋਈ ਮੂਰਤੀ ਅੱਗੇ ਖੜਾ ਹੈ, ਕੋਈ ਬੰਦਿਆਂ ਅੱਗੇ ਖੜਾ ਹੈ, ਕੋਈ ਦੁਕਾਨ ਤੇ ਖੜਾ ਹੈ। ਅਸੀਂ ਗੁਰੂ ਅੱਗੇ ਵੀ ਉਹ ਲਿਸਟ ਲਿਆ ਕੇ ਰੱਖਤੀ, ਤੇ ਗੁਰੂ ਦੀ ਮਹਾਨਤਾ ਕੀ ਹੈ? ਫਿਰ ਤੇ ਗੁਰੂ ਵੀ ਸਾਡਾ ਉਹੀ ਲੈਣ ਦੇਣ ਵਾਲਾ ਹੀ ਹੋ ਗਿਆ ਨਾ। ਲੇਕਿਨ ਨਹੀਂ, ਗੁਰਬਾਣੀ ਨਾਲ ਪਿਆਰ ਕਰੋ। ਤੁਸੀਂ ਗੁਰਬਾਣੀ ਨੂੰ ਚਾਹ ਨਾਲ ਪੜ੍ਹੋ। ਜਿੰਨਾ ਗੁਰਬਾਣੀ ਨੂੰ ਪਿਆਰ ਕਰੋਗੇ, ਜਿੰਨਾ ਗੁਰਬਾਣੀ ਨੂੰ ਸਮਝ ਕੇ ਪੜ੍ਹੋਗੇ, ਉਹਨਾਂ ਤੁਸੀਂ ਗੁਰਬਾਣੀ ਹੀ ਬਣਦੇ ਜਾਓਗੇ, ਉਹਨਾਂ ਤੁਸੀਂ ਗੁਰੂ ਦਾ ਰੂਹ ਬਣਦੇ ਜਾਓਗੇ, ਉਹਨਾਂ ਗੁਰੂ ਦੇ ਵਿੱਚ ਲਿਵਲੀਨ ਹੁੰਦੇ ਜਾਓਗੇ। ਇਸ ਕਰਕੇ ਗੁਰਬਾਣੀ ਪੜ੍ਹਨੀ ਪਿਆਰ ਦੇ ਨਾਲ। ਇਸ ਕਰਕੇ ਨਹੀਂ ਪੜ੍ਹਨੀ ਫਟਾਫਟ 5 ਬਾਣੀਆਂ ਦਾ ਪਾਠ ਕਰ ਲਓ। ਆਪਾਂ ਇੱਦਾਂ ਹੀ ਕਰਦੇ ਹਾਂ। ਇੱਕ ਬੰਨੇ ਫੋਨ ਲਾਇਆ ਹੁੰਦਾ, ਇੱਕ ਬੰਨੇ TV ਲਾਇਆ, ਇੱਕ ਬੰਨੇ ਪੱਗ ਬੰਨ੍ਹਦੇ। ਇੱਕ ਵੀਰ ਮੈਨੂੰ ਪਿੱਛੇ ਜਿਹੇ ਇੱਥੇ ਮਿਲਿਆ, ਜੀ ਸਾਡੇ ਤੋਂ ਕੋਈ ਕਿਰਪਾ ਕਰੋ, ਕਿੱਦਾਂ ਪਾਠ ਕਰਨਾ ਹੈ, ਮਨ ਦੀ ਸ਼ਾਂਤੀ ਕਿਵੇਂ? ਮੈਂ ਕਿਹਾ ਜਪਜੀ ਸਾਹਿਬ ਪੜ੍ਹਦਾ ਹੁੰਦਾ? ਹਾਂਜੀ ਪੜ੍ਹਦਾ। ਜਦੋਂ ਮੈਂ ਪੱਗ ਬੰਨ੍ਹਦਾ ਉਹਨੇ ਜੰਜ ਪੜ੍ਹ ਲਈ ਨਾ। ਹੁਣ ਪੱਗ ਬੰਨ੍ਹਦੇ ਜੇ ਜਪਜੀ ਸਾਹਿਬ ਪੜ੍ਹਿਆ ਤੇ ਮਨ ਕਿੱਥੇ ਟਿਕੇਗਾ? ਠੀਕ ਹੈ, ਬਾਣੀ ਹਰ ਵੇਲੇ ਪੜ੍ਹਨ ਦਾ ਅਧਿਕਾਰ ਹੈ ਸਾਨੂੰ, ਉੱਠਦੇ ਹਾਂ, ਬੈਠਦੇ ਹਾਂ, ਸੁੱਤਿਆਂ ਜਾਗਦੇ ਹਾਂ। ਪਰ ਕੁਝ ਚਿਰ ਤੇ ਆਪਾਂ ਬੈਠਣ ਦਾ ਤਜਰਬਾ ਕਰੀਏ, ਸੁਰਤ ਨੂੰ ਜੋੜਨ ਦਾ ਤਜਰਬਾ ਕਰੀਏ। ਜੇ ਆਪਾਂ ਇੰਨਾ ਚਿਰ ਵੀ 10-15 ਮਿੰਟ ਵੀ ਨਹੀਂ ਆਪਣੇ ਮਨ ਲਈ ਕੱਢ ਸਕੇ, ਦੇਖੋ ਆਪਾਂ ਸਰੀਰ ਲਈ ਕੱਢਦੇ ਨਾ, ਐਕਸਰਸਾਈਜ਼ ਕਰਦੇ ਹਾਂ, ਸੈਰ ਕਰਦੇ ਹਾਂ, ਰੋਟੀ ਖਾਂਦੇ ਹਾਂ, ਤੰਦਰੁਸਤ ਰਹਿਣ ਲਈ ਕੱਢਦੇ ਹਾਂ ਨਾ ਇਹ ਟਾਈਮ। ਇਹ ਵੀ ਸਮਝੋ ਕਿ ਜ਼ਿੰਦਗੀ ਤੰਦਰੁਸਤ ਰਹਿਣ ਦੇ ਲਈ ਰੱਬ ਲਈ ਕੁਝ ਸਮਾਂ ਕੱਢਿਆ ਕਰੀਏ। ਆਪਾਂ ਉੱਠਦੇ ਹਾਂ ਸਾਰ ਕੱਢਿਆ ਕਰੀਏ।
ਸਿਆਣੇ ਕਹਿੰਦੇ ਵਨ ਸਮਾਲ ਪੋਜ਼ਿਟਿਵ ਥਾਟ ਇਨ ਦਾ ਮਾਰਨਿੰਗ ਕੈਨ ਚੇਂਜ ਯੂਰ ਹੋਲ ਡੇ। ਸਿਰ ਉੱਠਦਿਆਂ ਸਾਰ ਕੋ ਵਧੀਆ ਖਿਆਲ ਤੁਹਾਡੇ ਮਨ 'ਚ ਆ ਜਾਏ ਤੇ ਤੁਹਾਡਾ ਸਾਰਾ ਦਿਨ ਹੀ ਖੁਸ਼ਹਾਲ ਹੋ ਜਾਏਗਾ। ਤੇ ਜੇ ਉੱਠਦੇ ਹੀ ਅਸੀਂ ਜਪਜੀ ਸਾਹਿਬ ਪੜ੍ਹ ਲਈਏ ਪਿਆਰ ਨਾਲ 15 ਕੁ ਮਿੰਟਾਂ 'ਚ, ਕਿੰਨੀ ਵਧੀਆ ਗੱਲ ਹੈ, ਕਿੰਨਾ ਆਨੰਦ ਬਣੇਗਾ। ਜਿੰਨਾ ਗੁਰਬਾਣੀ ਨਾਲ ਪਿਆਰ ਕਰਦੇ ਜਾਵਾਂਗੇ ਉਹਨਾਂ ਅਸੀਂ ਗੁਰਬਾਣੀ ਮੰਨਦੇ ਜਾਵਾਂਗੇ, ਉਹਨਾਂ ਗੁਰੂ ਦੇ ਨੇੜੇ ਹੁੰਦੇ ਜਾਵਾਂਗੇ। ਜੰਤਰ ਮੰਤਰ ਪੁਨ ਤੰਤਰ ਮਹਾਨਾ, ਭੂਤ ਜੇ ਪ੍ਰੋਤ ਦੈਤ ਬਲਵਾਨਾ। ਕੋਈ ਜੰਤਰ, ਕੋਈ ਮੰਤਰ, ਕੋਈ ਤੰਤਰ, ਤਿੰਨ ਤਰ੍ਹਾਂ ਦੇ ਨੇ। ਇੱਕ ਹੁੰਦੇ ਨੇ ਮੰਤਰ ਜਿਹੜੇ ਮੁਖ ਤੋਂ ਪੜ੍ਹਦੇ ਨੇ, ਕਈ ਦੇ ਨਹੀਂ ਹੁੰਦੇ ਕਿ ਆਹ ਪੜ੍ਹੋ ਇੰਨੀ ਵਾਰ ਪੜ੍ਹੋ, ਇਹ ਹੁੰਦਾ ਮੰਤਰ ਪੜ੍ਹਨਾ ਇੰਨੀ ਵਾਰੀ। ਤੇ ਇੱਕ ਹੁੰਦਾ ਹੈ ਜੰਤਰ। ਜੰਤਰ ਪਤਾ ਕੀ ਹੁੰਦਾ ਹੈ? ਕਈਆਂ ਨੇ ਗਲ 'ਚ ਤਵੀਤ ਪਾਇਆ ਹੁੰਦਾ, ਕਾਗਜ਼ ਤੇ ਲਿਖ ਕੇ ਤਵੀਤ 'ਚ ਮੜ ਕੇ ਕਹਿੰਦੇ ਜੀ ਗਲ 'ਚ ਪਾ ਕੇ ਤੁਰਿਆ ਫਿਰ। ਇੱਕ ਹੁੰਦਾ ਤੰਤਰ। ਤੰਤਰ ਇਹ ਹੁੰਦਾ ਹੈ ਕਿ ਕੋਈ ਹੱਥ ਸਵਾਹ ਲਈ ਉੱਤੇ ਕੁਝ ਪੜ੍ਹਿਆ ਤੇ ਉਹ ਦੂਰੋਂ ਫੂਕ ਮਾਰ ਦਿੱਤੀ ਜਾਂ ਸਵਾਹ, ਇਹਨੂੰ ਕਹਿੰਦੇ ਨੇ ਤੰਤਰ। ਇਹ ਤੰਤਰਕਾਂ ਦੀ ਦੁਨੀਆ 'ਚ ਆਮ ਭਰਮ ਭੁਲੇਖਿਆਂ ਦੀ ਦੁਨੀਆ ਚੱਲਦਾ ਹੈ। ਗੁਰਬਾਣੀ ਕਹਿੰਦੀ ਕੋਈ ਜੰਤਰ, ਕੋਈ ਮੰਤਰ, ਕੋਈ ਤੰਤਰ, ਕੋਈ ਭੂਤ, ਕੋਈ ਪ੍ਰੇਤ ਉਸ ਮਨੁੱਖ ਦੇ ਨੇੜੇ ਹੀ ਨਹੀਂ ਆ ਸਕਦਾ ਜਿਹੜਾ ਜਪਜੀ ਸਾਹਿਬ ਪੜ੍ਹੇਗਾ। ਔਰ ਇਹ ਸੱਚ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਦੀ ਗੱਲ ਹੈ। ਸਿੱਖ ਕਹਿਣ ਲੱਗੇ ਜੀ ਇੱਕ ਸਿੱਖ ਹੈ ਸਰਾਂ 'ਚ ਠਹਿਰਿਆ ਤੇ ਉਹਨੂੰ ਕੋਈ ਪ੍ਰੇਤ ਚੰਬੜ ਗਿਆ, ਉਹਨੂੰ ਕੋਈ ਬਾਹਰ ਦੀ ਚੀਜ਼ ਦਾ ਅਸਰ ਹੋ ਗਿਆ। ਸਤਿਗੁਰੂ ਜੀ ਕਹਿੰਦੇ ਬੁਲਾਓ। ਸਤਿਗੁਰੂ ਜੀ ਕਹਿੰਦੇ ਇਹਨੂੰ ਪੁੱਛੋ ਜਪਜੀ ਸਾਹਿਬ ਪੜ੍ਹਦਾ? ਕਹਿੰਦਾ ਜੀ ਨਹੀਂ। ਕਹਿੰਦੇ ਪ੍ਰੇਤ ਤੇ ਤੂੰ ਪਹਿਲਾਂ ਹੀ ਹੈ, ਪ੍ਰੇਤ ਤੇ ਤੂੰ ਪਹਿਲਾਂ ਹੀ ਹੈ। ਹਰ ਬਿਸਰਤ ਤੇ ਪ੍ਰੇਤ ਹੈ। ਜਿਹੜਾ ਬੰਦਾ ਪ੍ਰਮਾਤਮਾ ਨੂੰ ਭੁਲਾ ਦਿੰਦਾ ਦਰਅਸਲ ਉਹ ਪ੍ਰੇਤ ਹੀ ਹੈ। ਦਰਅਸਲ ਹਰ ਬਿਸਰਤ ਤੇ ਪ੍ਰੇਤ ਤੇ। ਸਤਿਗੁਰੂ ਜੀ ਕਹਿੰਦੇ ਜੇ ਜਪਜੀ ਨਹੀਂ ਪੜ੍ਹਦਾ ਤੇ ਸਿੱਖ ਕਿਵੇਂ ਹੈ? ਸਿੱਖ ਨੂੰ ਪ੍ਰੇਤ ਨਹੀਂ ਚੰਬੜ ਸਕਦਾ, ਸਿੱਖ ਦੇ ਨੇੜੇ ਤੇ ਜਮਦੂਤ ਨਹੀਂ ਆ ਸਕਦਾ। ਪ੍ਰੇਤ ਕੀ ਚੀਜ਼ ਹੈ? ਪਰ ਜੇ ਸਿੱਖ ਦੀ ਸੁਰਤ ਜਪਜੀ ਨਾਲ ਜੁੜੀ ਹੋਏ। ਇੱਕ ਬੜੀ ਪਿਆਰੀ ਗਾਥਾ ਬਜ਼ੁਰਗ ਸੁਣਾਇਆ ਕਰਦੇ ਸਨ ਛੋਟੇ ਹੁੰਦਿਆਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਾਲ ਦਾ ਸਮਾਂ ਹੈ। ਫੌਜ ਵਿੱਚ ਮਹਾਂਪੁਰਖ ਆ ਗਏ। ਉਹਨਾਂ ਫੌਜੀਆਂ ਅੱਗੇ ਸਵਾਲ ਰੱਖ ਦਿੱਤਾ। ਇੱਥੋਂ ਕਈ ਕੋਹ ਦੀ ਦੂਰੀ ਤੇ ਇੱਕ ਤਲਾਬ ਹੈ ਜੰਗਲ ਦੇ ਵਿੱਚ, ਕੋਰ ਜੰਗਲ ਦੇ ਵਿੱਚ। ਕੋਈ ਉੱਥੋਂ ਪਾਣੀ ਦਾ ਗੜਵਾ ਭਰ ਕੇ ਲਿਆਏ ਤੇ ਕਹਿਣ ਲੱਗੇ ਹੈ ਬੜੀ ਖਤਰਨਾਕ ਜਗ੍ਹਾ, ਕੋਈ ਜਾ ਸਕਦਾ ਹੈ? ਇੱਕ ਨੌਜਵਾਨ ਉੱਠਿਆ ਕਿ ਮੈਂ ਜਾਵਾਂਗਾ। ਤੇ ਦੂਜੇ ਕਹਿਣ ਲੱਗੇ ਸਾਨੂੰ ਕੋਈ ਪਤਾ ਕਿ ਨੇੜਿਓਂ ਕਿਤੋਂ ਨਹਿਰ ਤੋਂ ਭਰ ਲਿਆਏ, ਸਰੋਵਰ ਚ ਪੜ ਲਿਆ, ਉੱਥੇ ਗਿਆ ਕਿ ਨਹੀਂ ਗਿਆ? ਤੁਸੀਂ ਕਹਿੰਦੇ ਬੜੀ ਦੂਰ ਹੈ, ਬਿਕਮ ਰਸਤਾ ਹੈ। ਕਹਿਣ ਲੱਗੇ ਪਤਾ ਲੱਗ ਜਾਏਗਾ। ਸੰਤ ਜੀ ਨੇ ਉਹ ਨੀਅਤ ਟਿਕਾਣਾ ਦੱਸ ਦਿੱਤਾ। ਉਹ ਘੋੜੇ ਤੇ ਸਵਾਰ ਹੋ ਕੇ ਨੌਜਵਾਨ ਬੜੀ ਤੇਜ਼ੀ ਨਾਲ ਚੱਲ ਗਿਆ। ਜੰਗਲ ਹੈ, ਘੋਰ ਹੈ, ਉੱਥੇ ਇੱਕ ਸਰੋਵਰ, ਉੱਥੇ ਪਹੁੰਚ ਗਿਆ। ਤੇ ਜਿਵੇਂ ਗਾਥਾ ਸੁਣਾਉਂਦੇ ਸਨ ਕਿ ਉਹਨੇ ਜਦੋਂ ਗੜਵਾ ਭਰਿਆ ਨਾ ਤੇ ਅੰਦਰੋਂ ਕਿਸੇ ਚੀਜ਼ ਨੇ ਗੜਵੇ ਨੂੰ ਧੱਕਿਆ ਤੇ ਉਹਨੂੰ ਪਿੱਛੇ ਨੂੰ ਸੁੱਟ ਦਿੱਤਾ। ਹੁਣ ਸੁੰਨਸਾਨ ਹੈ, ਡਰਾਉਣਾ ਜੰਗਲ ਹੈ, ਇਕੱਲਾ ਬੰਦਾ ਹੈ, ਹਨੇਰਾ ਹੈ। ਆਪਾਂ ਦੇਖਦੇ ਹਾਂ ਕਿ ਜੰਗਲ 'ਚ ਕਿਤੇ ਇਕੱਲੇ ਹੋਏ ਪੱਤਾ ਵੀ ਖੜਕੇ ਤੇ ਬੰਦਾ ਡਰ ਜਾਂਦਾ ਹੈ। ਹੁਣ ਜਿਹਦੇ ਨਾਲ ਇਹ ਘਟਨਾ ਵਾਪਰੀ ਹੋਏ ਤੇ ਉਹ ਨਾ ਡਰੇ, ਉਹ ਕਿੰਨਾ ਦਲੇਰ ਹੋ ਸਕਦਾ ਹੈ। ਜੰਗਲ ਦੇ ਵਿੱਚ ਬਗਾਨੀ ਥਾਂ ਤੇ ਕੋਈ ਨਹੀਂ ਹੈ। ਬੈਠ ਕੇ ਉਹਨੇ ਫਿਰ ਜਪਜੀ ਸਾਹਿਬ ਦਾ ਪਾਠ ਕੀਤਾ, ਫਿਰ ਗੜਵਾ ਪਾਇਆ। ਫਿਰ ਜਦੋਂ ਗੜਵਾ ਪਾਇਆ ਹੁਣ ਗੜਵੇ ਨੂੰ ਧੱਕਿਆ ਨਹੀਂ ਕਿਸੇ ਨੇ। ਗੜਵਾ ਜਿਹੜਾ ਸੀ ਭਰ ਕੇ ਪਾਣੀ ਦਾ ਨਿਕਲ ਆਇਆ, ਪਰ ਉਹ ਪਾਣੀ 'ਚੋਂ ਕੋਈ ਚੀਜ਼ ਜਿਹੜੀ ਸੀ ਨਾ ਹੱਸਦੀ ਉੱਪਰ ਨੂੰ ਉੱਡ ਕੇ ਚਲ ਗਈ। ਕਹਿਣ ਲੱਗੇ ਤੂੰ ਬਾਣੀ ਪੜ੍ਹਦਾ ਹੈ ਨਾ, ਤੇਰੀ ਬਾਣੀ ਨਾਲ ਮੇਰਾ ਵੀ ਉਧਾਰ ਹੋ ਗਿਆ। ਜੇ ਤੂੰ ਬਾਣੀ ਨਾਲ ਨਾ ਜੁੜਿਆ ਹੁੰਦਾ ਤੂੰ ਇੱਥੋਂ ਜਿਉਂਦਾ ਨਹੀਂ ਸੀ ਜਾ ਸਕਦਾ। ਇਹ ਜਪਜੀ ਦੀ ਕਰਾਮਾਤ ਹੈ। ਜਪਜੀ ਸਾਹਿਬ ਸੁਰਤ ਜੋੜੋਗੇ ਨਾ, ਘਰ 'ਚੋਂ ਦੁੱਖ ਦਲਿੱਦਰ ਬਲਾਵਾਂ ਭੱਜਣੀਆਂ ਸ਼ੁਰੂ ਹੋ ਜਾਣੀਆਂ। ਪਰ ਪੜ੍ਹੋ ਜਪਜੀ ਸਾਹਿਬ, ਗਿਣਤੀ ਨਾ ਕਰੋ ਕਿ ਮੈਂ ਇੰਨੇ ਜਪਜੀ ਸਾਹਿਬ ਦੇ ਪਾਠ ਕਰਨੇ ਨੇ। ਮੁਬਾਰਕ ਹੈ ਕੋਈ ਹਜ਼ਾਰਾਂ ਪੜ੍ਹੇ, ਅਸੀਂ ਰੋਕਦੇ ਨਹੀਂ, ਅਧਿਕਾਰ ਹੈ ਕਿਸੇ ਨੂੰ। ਪਰ ਸੁਰਤ ਜੋੜ ਕੇ ਬਾਣੀ ਪੜ੍ਹੋ, ਪਿਆਰ ਨਾਲ ਬਾਣੀ ਪੜ੍ਹੋ। ਗੁਰਬਾਣੀ ਕਹਿੰਦੀ ਜਿਹੜਾ ਬਾਣੀ 'ਚ ਸੁਰਤ ਜੋੜੇਗਾ, ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੈ ਹਰ ਨਾਮਾ। ਜਿਹੜਾ ਜੀ ਕਰਕੇ ਬਾਣੀ ਨਾਲ ਜੁੜ ਜਾਏਗਾ, ਜੀ ਕਰਕੇ ਉਹਦੇ ਅੰਦਰ ਪਰਮਾਤਮਾ ਦਾ ਨਾਮ ਪ੍ਰਗਟ ਹੋ ਜਾਏਗਾ। ਸਤਿਗੁਰੂ ਜੀ ਕਹਿੰਦੇ ਕੋਈ ਤੰਤਰ, ਕੋਈ ਮੰਤਰ, ਕੋਈ ਜੰਤਰ, ਕੋਈ ਭੂਤ, ਕੋਈ ਪ੍ਰੇਤ ਬਲਵਾਨ ਨਹੀਂ ਹੈ ਬੰਦੇ ਨਾਲੋਂ। ਬੰਦਾ ਜੇ ਬੰਦਾ ਹੋਏ ਤੇ ਬੰਦੇ ਤੋਂ ਵੱਡੀ ਕੋਈ ਇਸ ਧਰਤੀ ਤੇ ਤਾਕਤ ਨਹੀਂ ਹੈ। ਕੋਈ ਦੈਂਤ ਇਹਦੇ ਤੋਂ ਵੱਡਾ ਨਹੀਂ, ਕੋਈ ਭੂਤ ਇਹ ਤੋਂ ਤਗੜਾ ਨਹੀਂ ਹੈ। ਪਰ ਬੰਦਾ ਜਦੋਂ ਬੰਦਾ ਹੀ ਨਹੀਂ ਰਹਿੰਦਾ ਉਦੋਂ ਇਹ ਭੂਤ ਪ੍ਰੇਤ ਉੱਤੇ ਅਸਰ ਪਾਉਂਦੇ, ਆਪ ਵੀ ਪ੍ਰੇਤ ਬਣ ਜਾਂਦਾ ਹੈ। ਮਨੁੱਖ ਦੇ ਅੰਦਰ ਇੰਨੀ ਪਾਵਰ ਹੈ। ਪਰਮਾਤਮਾ ਤੋਂ ਬਾਅਦ ਬਲਵਾਨ ਹੈ ਤੇ ਮਨੁੱਖ ਹੈ। ਪਰ ਜੇ ਉਹ ਮਨੁੱਖ ਹੈ, ਮਨੁੱਖ ਸਰੀਰ ਕਰਕੇ ਹੋਣਾ ਮੁਬਾਰਕ ਹੈ, ਪਰ ਜੇ ਅੰਦਰੋਂ ਮਨੁੱਖਤਾ ਨਾ ਹੋਏ, ਅੰਦਰ ਇਨਸਾਨੀਅਤ ਹੀ ਨਾ ਹੋਏ। ਗੁਰਬਾਣੀ ਨੇ ਕਿਹਾ ਨਰੂ ਮਰੇ ਨਰ ਕਾਮ ਨਾ ਆਵੇ। ਜਦੋਂ ਅੰਦਰੋਂ ਨਰਪੁਣਾ ਮਰ ਜਾਏ, ਇਨਸਾਨੀਅਤ ਮਰ ਜਾਏ, ਬੰਦਾ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ।
ਔਰ ਸਤਿਗੁਰੂ ਜੀ ਕਹਿਣਾ ਪਿਆ ਕਿ ਦੇਖਣ ਨੂੰ ਮਨੁੱਖ ਹੈ ਪਰ ਕਰਤੂਤ ਪਸ਼ੂ ਕੀ ਮਾਨਸ ਚਾਲ। ਅੰਦਰ ਤੇ ਪਸ਼ੂਪਣਾ ਆ ਗਿਆ। ਦੇਖੋ ਨਾ, ਅਜੇ ਪਸ਼ੂਆਂ ਦੀ ਸ਼੍ਰੇਣੀ 'ਚ ਤੁਸੀਂ ਇਦਾਂ ਨਹੀਂ ਦੇਖੋਗੇ ਕਿ ਪਸ਼ੂ ਆਪਣੇ ਜਾਤੀ ਦੀ ਬਰਬਾਦੀ ਕਰਦੇ ਹੋਣ, ਨਹੀਂ ਦੇਖੋਗੇ। ਮਨੁੱਖ ਹੀ ਹੈ ਮਨੁੱਖ ਜਾਤੀ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ। ਦੇਖਦੇ ਹੀ ਆਪਾਂ ਇੱਕ ਦੂਜੇ ਨੂੰ ਮਾਰਨ ਲਈ ਕਿੰਨੇ ષੜਯੰਤਰ ਰਚੇ ਜਾਂਦੇ, ਕਿਤੇ ਧਰਮਾਂ ਦਾ ਆਸਰਾ ਲਿਆ ਜਾਂਦਾ, ਕਿੰਨੀ ਖੋਟੀ ਨੀਤੀਆਂ ਚੱਲੀਆਂ ਜਾਂਦੀਆਂ ਨੇ ਕਿ ਦੂਜੇ ਸਮਾਜ ਨੂੰ ਮਾਰ ਦੇਣਾ, ਦੂਜੇ ਨੂੰ ਬਰਬਾਦ ਕਰ ਦੇਣਾ। ਮਨੁੱਖ ਦੇ ਲਈ, ਮਨੁੱਖ ਨੂੰ ਕੋਈ ਨਹੀਂ ਮਾਰ ਸਕਦਾ ਇਸ ਧਰਤੀ ਤੇ। ਜਦੋਂ ਇਹ ਮਨੁੱਖ ਖਤਮ ਹੋਏਗਾ, ਮਨੁੱਖ ਦੇ ਰਾਹੀਂ ਹੋਏਗਾ। ਇਹ ਵਿਦਵਾਨਾਂ ਦੀ ਰਾਏ ਹੈ ਕਿ ਜਦੋਂ ਇਹ ਖਤਮ ਹੋਏਗਾ, ਮਨੁੱਖ ਦੇ ਰਾਹੀਂ ਹੋਏਗਾ, ਹੋਰ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨੁੱਖ ਨਾਲੋਂ ਕੋਈ ਬਲਵਾਨ ਨਹੀਂ ਹੈ ਜੇ ਉਹ ਬਾਣੀ ਪੜ੍ਹ ਕੇ ਆਪਣੀ ਸੁਰਤ ਨੂੰ ਪਵਿੱਤਰ ਕਰ ਲੇ, ਸਚਿਆਰ ਬਣ ਜਾਏ, ਤੇ ਇਹਦੇ ਤੋਂ ਕੋਈ ਬਲਵਾਨ ਨਹੀਂ ਹੈ। ਤੇ ਸਮੀਪ ਨ ਆਵੇ ਕੋਈ, ਪੜਨ ਪ੍ਰੀਤ ਨਿਤ ਨਰ ਜੇ ਹੋਈ। ਜਿਹੜੇ ਲੋਕ ਰੋਜ਼ ਬਾਣੀ ਨੂੰ ਪਿਆਰ ਨਾਲ ਪੜ੍ਹਦੇ ਨੇ, ਜਪਜੀ ਨੂੰ, ਉਹਦੇ ਨੇੜੇ ਕੋਈ ਤੰਤਰ ਮੰਤਰ ਜੰਤਰ, ਕੋਈ ਭੂਤ ਪ੍ਰੇਤ ਨੇੜੇ ਨਹੀਂ ਆ ਸਕਦਾ। ਮਾਨੁਖ ਦੇ ਜੀਵ ਜਿਨ ਪਾਈ, ਜਪ ਬਹੀਨ ਹੋਏ ਬਾਦ ਗਵਾਈ। ਜਿਸ ਨੇ ਵੀ ਮਨੁੱਖਾ ਦੇਹੀ ਪ੍ਰਾਪਤ ਕੀਤੀ ਹੈ, ਜੇ ਉਹ ਜਪ ਦਾ ਅਰਥ ਹੈ ਸਿਮਰਨ, ਜੇ ਪ੍ਰਮਾਤਮਾ ਦੀ ਜਾਚ ਨਹੀਂ ਜੁੜਦਾ, ਜੇ ਜਪਜੀ ਨਹੀਂ ਪੜਦਾ, ਸਮਝੋ ਉਹਦੀ ਜ਼ਿੰਦਗੀ ਬਿਰਥਾ ਤੁਰੀ ਜਾ ਰਹੀ ਹੈ। ਸਿੱਖਨ ਜੋਗ ਮੰਤਰ ਗੁਰ ਘੇਰਾ, ਏ ਤਿਉਤ ਨਿਤ ਸੁਖ ਦੇਤ ਕਨੇਰਾ। ਸਿੱਖਾਂ ਦੇ ਲਈ ਗੁਰੂ ਦਾ ਮੰਤਰ ਹੈ ਭਾਈ, ਰੋਜ਼ ਸਿੱਖ ਨੂੰ ਪੜ੍ਹਨਾ ਚਾਹੀਦਾ ਹੈ। ਜਿਹੜਾ ਕਹਿੰਦਾ ਮੈਂ ਗੁਰੂ ਕਾ ਸਿੱਖ ਹਾਂ, ਉਹਨੂੰ ਰੋਜ਼ ਗੁਰੂ ਕੀ ਇਹ ਪਵਿੱਤਰ ਬਾਣੀ ਪੜ੍ਹਨੀ ਚਾਹੀਦੀ ਹੈ, ਤੇ ਉਹਨੂੰ ਹਰ ਥਾਂ ਤੇ ਹਰ ਸਮੇਂ ਤੇ ਇਹ ਪਵਿੱਤਰ ਬਾਣੀ ਸੁਖ ਦੇਵੇਗੀ। ਹੋਏ ਸਿੱਖ ਜਬ ਕੰਠ ਨ ਕੀਨੋ, ਨਾਉ ਦਰੀਕ ਬੇਖ ਧਰ ਲੀਨੋ। ਅਖਵਾਏ ਆਪਣੇ ਆਪ ਨੂੰ ਸਿੱਖ, ਪਰ ਉਹਨੇ ਜਪਜੀ ਕੰਠ ਨਾ ਕੀਤਾ ਹੋਏ। ਇੱਥੇ ਵੀ ਅੰਕਿਤ ਕਰ ਦਿੱਤਾ ਹੈ ਕਿ ਉਹਨੇ ਜਪਜੀ ਸਾਹਿਬ ਕੰਠ ਨਾ ਕੀਤਾ ਹੋਏ, ਤੇ ਉਹ ਨਾਮ ਤਰੀਕੀ ਹੈ, ਜਿਵੇਂ ਕਹਿ ਲਓ ਭੇਖੀ ਹੈ। ਉਹ ਸਿੱਖ ਕੋਈ ਕੱਪੜੇ ਪਾਉਣ ਨਾਲ ਨਹੀਂ ਬਣ ਜਾਂਦਾ, ਉਹ ਤੇ ਭੇਖ ਹੀ ਹੈ ਉਹਦੇ ਕੋਲ ਸਿਰਫ ਸਿੱਖ ਦਾ। ਪਰ ਅਜੇ ਸਿੱਖ ਬਣਿਆ ਨਹੀਂ ਹੈ। ਸਿੱਖ ਉਦੋਂ ਜਦੋਂ ਉਹਦੀ ਸੁਰਤ ਵਿੱਚ ਜਪਜੀ ਵਸ ਜਾਏਗਾ। ਇਸ ਤੇ ਔਰ ਨਾ ਕੋ ਵਿਧ ਉੱਚੀ, ਜਪ ਸੇਵਨ ਇੱਕ ਮਨ ਹੋਏ ਸੂਚੀ। ਇਸ ਤੋਂ ਵੱਡੀ ਕੋਈ ਵਿਧੀ ਨਹੀਂ ਹੈ। ਦੁਨੀਆ ਕਹਿੰਦੀ ਮਨ ਨੂੰ ਟਿਕਾਉਣ ਦਾ ਕੋਈ ਤਰੀਕਾ ਦੱਸ ਦਿਓ। ਦੁਨੀਆ ਕਹਿੰਦੀ ਮਨ ਨੂੰ ਕਿਵੇਂ ਸਾਫ਼ ਕੀਤਾ ਜਾ ਸਕਦਾ, ਤਰੀਕਾ ਦੱਸ ਦਿਓ। ਸਾਡੇ ਵੀ ਕਿ ਭੋਲੇ ਭਾਲੇ ਸੇ ਕਹਿਣਗੇ ਉਹ ਸ਼ਬਦ ਦੇ ਦਿਓ ਜੀ, ਮਨ ਕਿਵੇਂ ਟਿਕਦਾ। ਬੜੀ ਹੈਰਾਨੀ ਦੀ ਗੱਲ ਹੈ। ਕਈ ਫੋਨ ਕਰਨਗੇ, ਕਈ ਮਿਲਣਗੇ, ਕੋਈ ਸ਼ਬਦ ਦੱਸ ਦਿਓ, ਕਿਉਂਕਿ ਦੱਸਣ ਵਾਲੇ ਹੈਗੇ ਨੇ ਮੱਥੇ ਟਿਕਾਉਣ ਵਾਲੇ। ਇਹ ਸ਼ਬਦ ਪੜ੍ਹ ਤੇਰਾ ਮਨ ਟਿਕ ਜਾਏਗਾ, ਪੜ੍ਹ ਤੈਨੂੰ ਪੁੱਤਰ ਮਿਲ ਜਾਏਗਾ, ਪੜ੍ਹ ਤੇਰਾ ਕਾਬ। ਬੜੇ ਨੇ ਇਹੋ ਜਿਹੇ ਆਪਣੀਆਂ ਦੁਕਾਨਾਂ ਚਲਾਉਣ ਵਾਲੇ। ਹੁਣ ਜਿਹਨੂੰ ਜਪਜੀ ਸਾਹਿਬ ਪੜ੍ਹ ਕੇ ਤਸੱਲੀ ਨਹੀਂ ਹੋਈ, ਤੇ ਹੋਰ ਸ਼ਬਦ ਉਹਦੀ ਤਸੱਲੀ ਕੀ ਕਰਾਏਗਾ। ਜਪਜੀ ਸਾਹਿਬ ਤੋਂ ਪਵਿੱਤਰ ਕੋਈ ਮਹਾਨ ਰਚਨਾ ਨਹੀਂ। ਗੁਰੂ ਕੀ ਸਾਰੀ ਬਾਣੀ ਮਹਾਨ ਹੈ, ਪਰ ਜਪਜੀ ਸਾਹਿਬ ਜੀ ਦੀ ਗੱਲ ਚੱਲ ਰਹੀ ਹੈ ਕਿ ਇਹ ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਤੁਹਾਡੇ ਮਨ ਨੂੰ ਪਵਿੱਤਰ ਕਰੇਗੀ, ਸਚਿਆਰ ਬਣਾਉਂਦੀ ਹੈ। ਜਪਜੀ ਸਾਹਿਬ ਜੀ ਦੀ ਗੱਲ ਸੁਣਨ ਦੀ ਕਿਵੇਂ ਸਚਿਆਰਾ ਹੋਈ ਹੈ, ਫਿਰ ਸਚਿਆਰ ਬਣਨ ਦੀ ਜੁਗਤ ਹੈ ਕਿ ਹੁਕਮ ਨੂੰ ਕਿਵੇਂ ਚੱਲਦਾ ਹੈ, ਪ੍ਰਮਾਤਮਾ ਦਾ ਹੁਕਮ ਨੂੰ ਕਿਵੇਂ ਮੰਨਣਾ ਹੈ, ਹੁਕਮ ਅਨੁਸਾਰ ਕਿਵੇਂ ਚੱਲਣਾ ਹੈ। ਤੇ ਬੰਦਾ ਇਸ ਇੱਕ ਇੱਕ ਪੌੜੀ ਨੂੰ ਸੁਰਤ ਵਿੱਚ ਵਸਾ ਕੇ ਆਖਰ ਸੱਚਖੰਡ ਵਸੇ ਨਿਰੰਕਾਰ ਦਾ ਧਾਰਨੀ ਬਣ ਜਾਂਦਾ ਹੈ। ਹੁਣ ਜਿਹਦਾ ਜਪਜੀ ਸਾਹਿਬ ਪੜ੍ਹ ਕੇ ਮਨ ਪਵਿੱਤਰ ਨਹੀਂ ਹੋਇਆ, ਕਿਹੜੇ ਸ਼ਬਦ ਨਾਲ ਹੋਏਗਾ। ਜਿਹੜਾ ਜਪਜੀ ਸਾਹਿਬ ਪੜ੍ਹ ਕੇ ਮਨ ਨਹੀਂ ਟਿਕਿਆ, ਉਹਦਾ ਕਿਤੇ ਨਾ ਟਿਕੇਗਾ ਜੀ, ਕਿਤੇ ਨਹੀਂ ਟਿਕਣਾ। ਇਹਦਾ ਮਤਲਬ ਕਿ ਉਹ ਪੜ੍ਹਦਾ ਨਹੀਂ, ਦਿਖਾਵਾ ਕਰਦਾ। ਆਓ, ਗੁਰੂ ਸਾਹਿਬ ਜੀ ਨੇ ਬਹੁਤ ਰਹਿਮਤ ਕੀਤੀ ਸਾਡੇ ਤੇ, ਸਾਨੂੰ ਭਰਮ ਭਟਕਣਾ ਤੋਂ ਬਚਾ ਲਿਆ। ਸਾਨੂੰ ਇਹ ਨਹੀਂ ਕਿਹਾ ਕਿ ਠਾਠਾਂ ਤੀਰਥਾਂ ਤੇ ਜਾਓ, ਸਾਨੂੰ ਇਹ ਨਹੀਂ ਕਿਹਾ ਕਿ ਘਰ ਛੱਡ ਕੇ ਜੀਆ ਜਨ ਛੱਡ ਕੇ ਤੁਸੀਂ ਜੰਗਲਾਂ 'ਚ ਬੈਠੋ, ਸਾਨੂੰ ਇਹ ਵੀ ਨਹੀਂ ਕਿਹਾ ਕਿ ਭੁੱਖੇ ਰਿਹਾ ਕਰੋ, ਰੋਟੀ ਨਾ ਖਾਓ, ਸਾਨੂੰ ਇਹ ਵੀ ਨਹੀਂ ਕਿਹਾ ਕਿ ਤੁਸੀਂ ਕੰਮ ਕਾਰ ਨਾ ਕਰੋ, ਤੁਹਾਡੇ ਕੋਲ ਘਰ ਨਾ ਹੋਣ ਜਾਂ ਤੁਹਾਡੇ ਕੋਲ ਗੱਡੀਆਂ ਕਾਰਾਂ ਨਾ। ਸਾਨੂੰ ਸਤਿਗੁਰੂ ਜੀ ਨੇ ਕਿਤੇ ਨਹੀਂ ਕਿਹਾ। ਸਾਨੂੰ ਕਿਹਾ ਸੋਹਣੇ ਘਰ ਹੋਣੇ ਚਾਹੀਦੇ, ਸੋਹਣੀਆਂ ਗੱਡੀਆਂ ਹੋਣੀਆਂ ਚਾਹੀਦੇ ਨੇ, ਸੋਹਣੇ ਕਾਰੋਬਾਰ ਹੋਣੇ ਚਾਹੀਦੇ ਨੇ, ਸੋਹਣੇ ਵਪਾਰ ਹੋਣੇ ਚਾਹੀਦੇ ਨੇ, ਪਰ ਸਿੱਖ ਸੁਰਤ ਕਰਕੇ ਵੀ ਸੋਹਣਾ ਹੋਣਾ ਚਾਹੀਦਾ। ਸੋਹਣਾ ਤਾਂ ਬਣੇਗਾ ਜੇ ਉਹਦੀ ਸੁਰਤ ਵਿੱਚ ਗੁਰੂ ਕੇ ਬਚਨ ਵਸਣਗੇ। ਸਾਡੇ ਤੇ ਬੜਾ ਪਰਉਪਕਾਰ ਕੀਤਾ ਹੈ। ਸਭ ਤੋਂ ਸੌਖਾ ਮਾਰਗ ਹੈ ਜ਼ਿੰਦਗੀ 'ਚ ਆਨੰਦ ਮਾਣਨ ਦਾ, ਗੁਰੂ ਕੀ ਬਾਣੀ। ਬਾਣੀ ਰੋਜ਼ ਪੜਿਆ ਕਰੀਏ। ਚਲੋ ਠੀਕ ਹੈ ਕੰਮ ਕਰਨੇ, ਪਰ ਜਪਜੀ ਸਾਹਿਬ ਨਾ ਖੁੰਝਾਇਆ ਕਰੀਏ। ਆਪਾਂ ਜਪਜੀ ਸਾਹਿਬ ਰੋਜ਼ ਪੜਿਆ ਕਰੀਏ, ਵੱਧ ਤੋਂ ਵੱਧ ਬਾਣੀ ਪੜਿਆ ਕਰੀਏ। ਸਿੱਖ ਨੂੰ ਤੇ 5 ਬਾਣੀਆਂ ਦਾ ਹੁਕਮ ਹੈ। 5 ਦਾ ਅਰਥ ਨਹੀਂ ਕਿ 5, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਰੋਜ਼ ਪਾਠ ਕਰਿਆ ਕਰੀਏ। ਬਹੁਤ ਵਿਰਲੇ ਭਾਗਾਂ ਵਾਲੇ ਸਿੱਖ ਹੋਣਗੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕੀਤੇ ਨੇ। ਕਵਾਂਗੇ ਜੀ ਚਲੋ ਗੁਰੂ ਦੇ ਦਰਸ਼ਨ ਕਰੀਏ। ਮਾਫ ਕਰਨਾ, ਇਹ ਗੁਰੂ ਕੇ ਦਰਸ਼ਨ ਨਹੀਂ ਹੈ, ਜੀ ਆਇਆਂ ਨੂੰ ਇਹ ਤੇ ਅੱਖਾਂ ਨਾਲ ਦੇਖ ਰਹੇ ਆਪਾਂ। ਗੁਰੂ ਕੇ ਦਰਸ਼ਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਪੜ੍ਹਨਾ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਕਿੰਨੇ ਅੰਗ ਨੇ, ਕਿੰਨੀਆਂ ਬਾਣੀਆਂ ਨੇ, ਕਿੰਨੇ ਗੁਰੂਆਂ ਦੀ ਬਾਣੀ, ਕਿੰਨੇ ਭਗਤਾਂ ਦੀ ਬਾਣੀ, ਕਿੰਨੇ ਭੱਟਾਂ ਦੀ ਬਾਣੀ ਹੈ।
ਦਰਸ਼ਨ ਤੋਂ ਅੱਗੇ ਦੀਦਾਰ ਦੀ ਗੱਲ ਚੱਲਦੀ ਹੈ। ਦੀਦਾਰ ਦਾ ਅਰਥ ਹੈ ਕਿ ਗੁਰਬਾਣੀ ਦੀ ਜੋ ਰੂਹ ਹੈ, ਜਪਜੀ ਸਾਹਿਬ ਪੜ੍ਹਦੇ ਜੋ ਗੁਰਬਾਣੀ ਦਾ ਜਪਜੀ ਸਾਹਿਬ ਦਾ ਉਪਦੇਸ਼ ਹੈ, ਉਹ ਸਾਡੀ ਸੁਰਤ ਵਾਜੇ, ਉਹ ਸਾਡੀ ਸੁਰਤ ਚ ਆ ਜਾਏ। ਇਹ ਹੈ ਗੁਰੂ ਕੇ ਦੀਦਾਰ। ਜੋ ਗੁਰਬਾਣੀ ਦਾ ਸਿਧਾਂਤ ਹੈ ਉਹ ਸਾਡੇ ਜੀਵਨ ਚ ਆ ਜਾਏ, ਇਹ ਹੈ ਗੁਰੂ ਕੇ ਦੀਦਾਰ। ਆਪਾਂ ਗੁਰੂ ਕੇ ਦਰਸ਼ਨ ਰੋਜ਼ ਕਰਿਆ ਕਰੀਏ, ਆਪਾਂ ਗੁਰੂ ਨਾਲ ਗੱਲਬਾਤ ਰੋਜ਼ ਕਰਿਆ ਕਰੀਏ। ਇਹ ਦਾਤ ਸਾਨੂੰ ਪ੍ਰਾਪਤ ਹੈ। ਗੁਰੂ ਨੇ ਕਿਹਾ ਜੀ ਮੇਰੇ ਨਾਲ ਗੱਲ ਕਰਨੀ ਹੈ ਤੇ ਬਾਣੀ ਪੜਿਆ ਕਰੋ ਰੋਜ਼। ਹੁਣ ਇਹਦੋਂ ਵੱਡੇ ਭਾਗੀ ਹੋ ਸਕਦੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰੋਜ਼ ਹੀ ਗੱਲ ਕਰੀਏ। ਕਈ ਕਹਿੰਦੇ ਜੀ ਮੈਨੂੰ ਤੁਹਾਨੂੰ ਕਦੀ ਗੁਰੂ ਨਾਨਕ ਦੇ ਦਰਸ਼ਨ ਹੋਏ ਨੇ? ਗੁਰਮਤਿ ਸਿਧਾਂਤ ਤੋਂ ਅਣਜਾਣ ਲੋਕ ਕਹਿਣਗੇ ਜੀ ਉਹ ਫਲਾਣੇ ਨੂੰ ਗੁਰੂ ਨਾਨਕ ਦੇ ਦਰਸ਼ਨ ਹੋਏ ਸਨ, ਫਲਾਣੇ ਨੂੰ ਜੀ ਸੁਪਨੇ 'ਚ ਗੁਰੂ ਨਾਨਕ ਦੇ ਦਰਸ਼ਨ ਹੋਏ ਸਨ। ਉਹ ਭਲਿਓ ਜੇ ਤੁਹਾਨੂੰ ਜਪਜੀ ਸਾਹਿਬ ਪੜ੍ਹਦੇ ਆ ਗੁਰੂ ਕੇ ਦਰਸ਼ਨ ਨਹੀਂ ਹੋਏ ਤੇ ਫਿਰ ਕਾਹਦੇ ਦਰਸ਼ਨ ਨੇ? ਆ ਤਸਵੀਰਾਂ ਵਾਲੇ ਦਰਸ਼ਨ ਹੋਣੇ, ਜਿਹੜੇ ਤਸਵੀਰਾਂ ਵਾਲੀਆਂ ਕੈਲੰਡਰਾਂ ਵਾਲੇ, ਇਹ ਗੁਰੂ ਨਾਨਕ ਨਹੀਂ ਹੈ, ਇਹ ਕਲਪਨਾ ਹੈ, ਇਹ ਝੂਠ ਹੈ। ਸਿੱਖ ਤਸਵੀਰਾਂ ਦਾ ਪੁਜਾਰੀ ਨਹੀਂ ਹੈ, ਸਿੱਖ ਨਿਰੋਲ ਸ਼ਬਦ ਦਾ ਪੁਜਾਰੀ। ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦਾ ਸ਼ਬਦ ਹੀ ਸਾਡੇ ਲਈ ਮੂਰਤ ਹੈ। ਮੂਰਤ ਦੇ ਅਰਥ ਹੁੰਦੇ ਸ਼ਖਸੀਅਤ, ਮੂਰਤ ਦੇ ਅਰਥ ਹੁੰਦੇ ਗੁਰੂ ਦਾ ਆਚਾਰ। ਉਹ ਤੁਹਾਨੂੰ ਗੁਰੂ ਕੇ ਸ਼ਬਦ ਵਿੱਚੋਂ ਮਿਲੇਗਾ। ਗੁਰੂ ਦਾ ਰੂਪ, ਪਰਮਾਤਮਾ ਦੇ ਦਰਸ਼ਨ ਦੀਦਾਰ ਕਰਨੇ, ਰੋਜ਼ ਮੂਲ ਮੰਤਰ ਪੜਿਆ ਕਰੋ। ਇਹ ਤੋਂ ਵਧੀਆ ਪਰਮਾਤਮਾ ਦਾ ਸਰੂਪ, ਪਰਮਾਤਮਾ ਦਾ ਚਿੱਤਰ ਤੁਹਾਨੂੰ ਕਿਤੇ ਨਹੀਂ ਮਿਲੇਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ। ਸਤਿਗੁਰੂ ਜੀ ਸਾਰਿਆਂ ਨੂੰ ਬਾਣੀ ਦਾ ਪਿਆਰ ਬਖਸ਼ਣ। ਪਿਆਰ ਸਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।